ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਤਰਨ ਸਤਿ ਸ੍ਰੀ ਅਕਾਲ ਜੀ। ਇਨੀ ਦਿਨੀ ਪੰਜਾਬ ਦੇ ਵਿੱਚ ਕੋਈ ਦੂਜੀ ਖਬਰ ਪ੍ਰਮੁਖਤਾ ਨਾਲ ਉੱਭਰਦੀ ਨਹੀਂ। ਅੰਮ੍ਰਿਤਪਾਲ ਨਾਲ ਸੰਬੰਧਿਤ ਚੈਪਟਰ 'ਚ ਕੁਝ ਨਵੇਂ ਪਹਿਰੇ ਜੁੜੇ ਨੇ, ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਜਦੋਂ ਨੇਪਾਲ ਦੇ ਵਿੱਚ ਸਰਕਾਰ ਆਪਣਾ ਪੱਤਰ ਭੇਜਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਇੱਕ ਫੋਟੋਆਂ ਨਸ਼ਰ ਹੋਣ ਦਾ ਸਿਲਸਿਲਾ ਬਣਦਾ ਹੈ ਤੇ ਫਿਰ ਉਹਦੇ ਐਡਿਟ ਕਰਕੇ ਜਾਂ ਐਡਿਟ ਦੀਆਂ ਖਾਮੀਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਰਖੱਚੇ ਅੜਾਏ ਜਾਂਦੇ ਆ ਲੋਕਾਂ ਵੱਲੋਂ, ਉਹ ਵੀ ਇੱਕ ਆਪਣੇ ਤਰ੍ਹਾਂ ਦਾ ਹੀ ਵਰਤਾਰਾ ਹੈ। ਅੱਜ ਦੇ ਦਿਨ ਦੇ ਵਿੱਚ ਬਹੁਤ ਸਾਰੇ ਸਵਾਲ ਫਿਰ ਖੜੇ ਹੋ ਰਹੇ ਆ। ਅਸੀਂ ਜਿਹੜੇ ਇੱਕ ਹਫ਼ਤੇ ਤੋਂ ਉਠਾ ਰਹੇ ਸੀ, ਅੰਗਰੇਜ਼ੀ ਦੀ ਇੱਕ ਵੱਡੀ ਅਖਬਾਰ ਨੇ ਉਹਨੂੰ ਪ੍ਰਮੁਖਤਾ ਦਿੱਤੀ ਹੈ ਕਿ ਜਦੋਂ ਤੁਸੀਂ ਨੇਪਾਲ 'ਚ ਹੋਣ ਦੀ ਗੱਲ ਕਰਦੇ ਹੋ ਤੇ ਕੁਝ ਸਵਾਲਾਂ ਦੇ ਜਵਾਬ ਵੀ ਦੇ ਦਿਓ। ਇਹਦੇ ਨਾਲ ਜੁੜਦੀ ਇੱਕ ਹੋਰ ਖਬਰ ਵੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਫ਼ ਕਰਤਾ 24 ਘੰਟੇ ਬਾਰੇ, ਲੇਕਿਨ ਸਰਕਾਰ ਪੂਰੀ ਤਰ੍ਹਾਂ ਚੁੱਪ ਵੱਟ ਕੇ ਬੈਠੀ ਆ। ਕੋਈ ਉਹਨਾਂ ਦਾ ਸਪੋਕਸਪਰਸਨ, ਕੋਈ ਵੀ ਅਧਿਕਾਰੀ ਇੱਥੇ ਮੂੰਹ ਖੋਲਣ ਲਈ ਤਿਆਰ ਨਹੀਂ। ਉਧਰ ਜਲੰਧਰ ਦੀ ਚੋਣ ਸਿਰ ਤੇ ਆ ਗਈ। ਬੀਜੇਪੀ ਦੇ ਕੌਣ ਕੈਂਡੀਡੇਟ ਹੋ ਸਕਦੇ ਆ, ਇਹਦੇ ਉੱਤੇ ਮੰਥਨ ਹੋ ਰਿਹਾ ਤੇ ਅੱਜ ਉਹਨਾਂ ਦੇ ਰੂਪਾਨੀ ਜਿਹੜੇ ਇੰਚਾਰਜ ਨੇ ਉਹ ਜਲੰਧਰ 'ਚ ਹੋਣਗੇ। ਰਾਜਕੁਮਾਰ ਵੇਰਕਾ ਵੀ ਕਾਫੀ ਉਤਸ਼ਾਹਤ ਨੇ ਤੇ ਰਜੇਸ਼ ਬਾਘਾ ਦਾ ਜ਼ਿਕਰ ਚੱਲਦਾ ਹੈ, ਲੇਕਿਨ ਕੋਈ ਛੁਪਿਆ ਰੁਸਤਮ ਵੀ ਹੋ ਸਕਦਾ ਹੈ। ਇਹਦੇ ਨਾਲ ਹੀ ਪੰਜਾਬ ਦੇ ਵਿੱਚ ਦਾਰੂ ਪੀਣ ਦੇ ਸ਼ੌਕੀਨਾਂ ਨੂੰ ਝਟਕਾ ਲੱਗ ਸਕਦਾ। ਐਕਸਾਈਜ਼ ਪਾਲਿਸੀ ਤੋਂ ਰੈਵਨਿਊ ਤਾਂ ਜ਼ਿਆਦਾ ਆਊਗਾ, ਲੇਕਿਨ ਆਊਗਾ ਲੋਕਾਂ ਦੀ ਜੇਬ ਚੋਂ ਔਰ ਤੁਹਾਨੂੰ ਸ਼ਰਾਬ ਮਹਿੰਗੀ ਮਿਲੂਗੀ। ਕਿਸਾਨਾਂ ਦੇ ਸਾਹ ਸੋਤੇ ਸੀ, ਕੱਲ ਮੁੱਖ ਮੰਤਰੀ ਨੇ ਥੋੜੀ ਜਿਹੀ ਰਾਹਤ ਦਿੱਤੀ। ਕਿਸਾਨਾਂ ਦੇ ਲੋਨ 6 ਮਹੀਨੇ ਲਈ ਅੱਗੇ ਵਧਾਤੇ ਜਾਣਗੇ। ਨਬਾਰਡ ਇਹਦੇ ਤੇ ਫੈਸਲਾ ਕਰੂਗੀ, ਲੇਕਿਨ ਜੇ ਨਬਾਰਡ ਨਹੀਂ ਮੰਨਦੀ ਤਾਂ ਫਿਰ ਕੀ ਪੰਜਾਬ ਸਰਕਾਰ ਉਹ ਵਿਆਜ ਭਰ ਦਊਗੀ? ਇਹ ਸਵਾਲ ਵੀ ਨੇ, ਕਿਉਂਕਿ ਵਿਆਜ ਤਾਂ ਪਏਗਾ ਹੀ, ਕਿਸੇ ਧਿਰ ਨੂੰ ਤਾਂ ਦੇਣਾ ਪਏਗਾ, ਪਰ ਕਿਸਾਨਾਂ ਲਈ ਇਹ ਥੋੜੀ ਜਿਹੀ ਰਾਹਤ ਹੈਗੀ ਆ। ਅੱਜ ਰਾਹੁਲ ਗਾਂਧੀ ਨਾਲ ਸੰਬੰਧਿਤ ਵੀ ਇੱਕ ਕਾਫੀ ਅਹਿਮ ਦਿਨ ਆ। ਇੱਕ ਐਸੇ ਕੇਸ ਦੀ ਸੁਪਰੀਮ ਕੋਰਟ 'ਚ ਸੁਣਵਾਈ ਆ ਜਿਹੜਾ ਰਾਹੁਲ ਗਾਂਧੀ ਵਰਗਾ ਹੈ। ਲਕਸ਼ਦੀਪ ਤੇ ਇੱਕ MP ਨੂੰ ਅਯੋਗ ਠਹਿਰਾਇਆ ਗਿਆ ਤੇ ਉਹਦੇ ਉੱਤੇ ਅੱਜ ਸੁਣਵਾਈ ਹੋਣੀ ਆ ਤੇ ਉਹ ਤੈਅ ਕਰੂਗਾ ਕਿ ਰਾਹੁਲ ਗਾਂਧੀ ਦਾ ਭਵਿੱਖ ਕਿਹੋ ਜਿਹਾ ਹੋ ਸਕਦਾ। ਮਤਲਬ ਅਸਰਅੰਦਾਜ਼ ਤਾਂ ਹੋਊਗਾ ਹੀ। ਚਲੋ ਇੰਨੀਆਂ ਖਬਰਾਂ ਨਾਲ ਅੱਗੇ ਵੱਧਦੇ ਆ। ਖਬਰਾਂ ਹੋਰ ਨੇ। ਮੇਰੇ ਗਲੇ ਦੀ ਸਮੱਸਿਆ ਥੋੜੀ ਲੰਬੀ ਹੋ ਗਈ, ਉਹਦੇ ਲਈ ਮਾਫੀ। ਭਾਸਕਰ ਸਾਹਿਬ, ਅੰਮ੍ਰਿਤਪਾਲ ਦੇ ਵੇਰਵੇ ਇੱਕ ਵਾਰੀ ਸਾਂਝੇ ਕਰੋ ਔਰ ਇਹ ਸਾਰੇ ਘਟਨਾਕ੍ਰਮ ਨੂੰ ਆਪਣੇ ਸ਼ਬਦ ਚਿੱਤਰ 'ਚ ਵਧਾਓ ਅੱਗੇ। ਰੰਧਾਵਾ ਜੀ, ਅੰਮ੍ਰਿਤਪਾਲ ਦਾ ਆਪਰੇਸ਼ਨ 18 ਮਾਰਚ ਨੂੰ ਸ਼ੁਰੂ ਹੋਇਆ ਸੀਗਾ ਔਰ ਅੱਜ ਅਸੀਂ ਕਿੱਥੇ ਖੜੇ ਆ? ਸਾਡੀ ਸੈਂਟਰਲ ਗਵਰਨਮੈਂਟ ਨੇ ਨੇਪਾਲ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤਾ ਹੈ, ਨੇਪਾਲ ਦੀ ਸਰਕਾਰ ਦੇ ਨਾਲ ਕੰਟੈਕਟ ਕੀਤਾ ਹੈ ਕਿ ਅਗਰ ਅੰਮ੍ਰਿਤਪਾਲ ਨੇਪਾਲ ਦੇ ਵਿੱਚ ਹੈ, ਜਿਹਦੀ ਆਸ਼ੰਕਾ ਜਤਾਈ ਜਾ ਰਹੀ ਹੈ, ਤੇ ਅੱਗੇ ਨਾ ਉਹਨੂੰ ਭੱਜਣ ਦਿੱਤਾ ਜਾਏ, ਦੂਜੀ ਕੰਟਰੀ ਦੇ ਵਿੱਚ ਨਾ ਜਾਣ ਦਿੱਤਾ ਜਾਏ। ਉਹ ਵੀ ਤਦ ਜਦ ਪੰਜਾਬ ਸਰਕਾਰ, ਸੈਂਟਰਲ ਗਵਰਨਮੈਂਟ ਨੇ ਉਹਨੂੰ ਅਲਾਓ ਨਹੀਂ, ਇੱਕ ਤਰੀਕੇ ਨਾਲ ਉਹ ਭੱਜ ਗਿਆ ਨੇਪਾਲ। ਇਹ ਆਪਣੇ ਆਪ ਵਿੱਚ ਆਪਣੀ ਵੀਕਨੈਸ ਨੂੰ ਮੰਨਣ ਵਾਲੀ ਗੱਲ ਹੈਗੀ ਹੈ। ਤੇ ਅੱਜ ਨੇਪਾਲ ਦੇ ਸਾਰੇ ਹੋਟਲਾਂ ਦੇ ਵਿੱਚ ਫੋਟੋ, ਉਹਦੀ ਡਿਟੇਲਸ ਦਿੱਤੀ ਗਈ ਹੈ ਔਰ ਅੱਗੇ ਨਾ ਭੱਜੇ ਇਹਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨੇਪਾਲ ਦੇ ਅਖਬਾਰ ਨੇ ਇਹ ਕਿਹਾ ਕਿ ਸਾਨੂੰ, ਯਾਨੀ ਸਾਡੀ ਸਰਕਾਰ ਨੂੰ ਪੂਰੀ ਡਿਟੇਲ ਅੰਮ੍ਰਿਤਪਾਲ ਦੇ ਬਾਰੇ 'ਚ ਭਾਰਤ ਸਰਕਾਰ ਨੇ ਦਿੱਤੀ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅੱਗੇ ਉਹ ਨਾ ਭੱਜ ਸਕੇ। ਹੁਣ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਜੇ ਕੱਲ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਇੱਕ ਫੋਟੋ ਵੀ ਨਸ਼ਰ ਹੁੰਦੀ ਹੈ, ਉਸ ਫੋਟੋ ਦੇ ਉੱਤੇ ਕਿੰਤੂ ਪਰੰਤੂ ਵੀ ਬਹੁਤ ਹੁੰਦਾ ਹੈ। ਫਿਰ ਉਸ ਤੋਂ ਇਲਾਵਾ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ 2 ਮਹਿਲਾਵਾਂ ਜਿਹੜੀ ਫੜੀ ਸੀਗੀ, ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਇਲਾਵਾ ਜਿਹੜਾ ਉਹਦਾ ਗਨਮੈਨ ਸੀਗਾ, ਯਾਨੀ 10 ਗਨਮੈਨ ਸੀਗੇ ਜਿਹੜੇ ਮੇਨ, ਉਹਦੇ ਵਿੱਚੋਂ ਵਰਿੰਦਰ ਸਿੰਘ ਜੌਲ ਜਿਹੜਾ ਐਕਸ ਸਰਵਿਸਮੈਨ ਸੀ, ਜਿਹਦਾ ਜੰਮੂ ਕਸ਼ਮੀਰ ਤੋਂ ਲਾਇਸੈਂਸ ਬਣਿਆ ਹੋਇਆ ਸੀ ਹਥਿਆਰਾਂ ਦਾ, ਉਹ ਹਥਿਆਰਾਂ ਦਾ ਲਾਇਸੈਂਸ ਤੇ ਪਿਛਲੇ ਦਿਨਾਂ ਦੇ ਵਿੱਚ ਖਬਰ ਨਸ਼ਰ ਹੋਈ ਸੀ ਕਿ ਉਹ ਕੈਂਸਲ ਕਰਤਾ, ਪਰ ਫੜਿਆ ਗਿਆ। ਉਹਨੂੰ NSA ਲਾ ਕੇ ਡਿਬਰੂਗੜ੍ਹ, ਜਿੱਥੇ ਅੰਮ੍ਰਿਤਪਾਲ ਦੇ ਚਾਚਾ ਹੋਰ 7 ਦੇ ਕਰੀਬ ਪਹਿਲੇ ਵੀ ਅੰਮ੍ਰਿਤਪਾਲ ਦੇ ਸਮਰਥਕ ਉੱਥੇ ਹੈਗੇ ਨੇ, ਉੱਥੇ ਹੀ ਵਰਿੰਦਰ ਸਿੰਘ ਜੌਲ ਨੂੰ ਵੀ ਉੱਥੇ ਭੇਜ ਦਿੱਤਾ ਗਿਆ। ਹੁਣ ਅੱਜ ਅਸੀਂ ਜਦ ਖੜੇ ਆ ਤੇ ਕਈ ਇੱਕ ਸਵਾਲ ਵੀ ਨਾਲ ਦੇ ਨਾਲ ਖੜੇ ਨੇ ਕਿ ਅੰਮ੍ਰਿਤਪਾਲ ਭੱਜਿਆ ਕਿੱਦਾਂ। ਜਿਸ ਤਰੀਕੇ ਨਾਲ ਅੰਮ੍ਰਿਤਪਾਲ ਦੇ ਬਾਰੇ 'ਚ ਬਹੁਤ ਸਾਰੇ ਖੁਲਾਸੇ ਹੋਏ, ਅਵਨੀਤ ਕੌਂਡਲ ਖੰਨਾ ਦੀ SSP ਨੇ ਕੀਤੇ, ਹਥਿਆਰਾਂ ਦੀ ਉਹ ਫਾਇਰਿੰਗ ਰੇਂਜ, ਉਸ ਤੋਂ ਇਲਾਵਾ ਝੰਡੇ ਖਾਲਿਸਤਾਨ ਦੇ, ਡਾਲਰ, ਉਹਨਾਂ ਸਾਰੀ ਗੱਲਾਂ ਦੇ ਉੱਤੇ ਸਵਾਲ ਬੜੇ ਵੱਡੇ ਖੜੇ ਹੁੰਦੇ ਨੇ, ਜੋ ਅਸੀਂ ਵੀ ਖੜੇ ਕੀਤੇ ਸੀ ਤੇ ਅੱਜ ਅੰਗਰੇਜ਼ੀ ਦੀ ਵੱਡੀ ਅਖਬਾਰ ਟ੍ਰਿਬਿਊਨ ਨੇ ਵੀ ਖੜੇ ਕੀਤੇ ਨੇ ਕਿ ਇੰਟੈਲੀਜੈਂਸ ਫੇਲਿਅਰ ਨਹੀਂ ਹੈ ਕੀ ਹੈ, ਕਿ ਇੰਟੈਲੀਜੈਂਸ ਕੀ ਕਰ ਰਹੀ ਸੀ। ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਅੰਮ੍ਰਿਤਪਾਲ ਇੰਨੀ ਵੱਡੀ ਕਾਰਵਾਈ ਕਰ ਰਿਹਾ, ਜੇ ਉਹ ਨਾ ਭੱਜਦਾ ਤੇ ਉਹ ਕਿੰਨਾ ਕੁ ਅੱਗੇ ਵੱਧ ਸਕਦਾ ਸੀ। ਇਸ ਗੱਲ ਦਾ ਅੰਦਾਜ਼ਾ ਪੁਲਿਸ ਦੀ ਆਪਣੀ ਸਟੇਟਮੈਂਟ ਤੋਂ ਹੀ ਕੀਤਾ ਜਾ ਸਕਦਾ ਹੈ।
ਕੱਲ ਅਕਾਲ ਤਖਤ ਦੇ ਵਿੱਚ ਵੀ ਪੰਥਕ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਵੀ 24 ਘੰਟੇ ਦਾ ਇੱਕ ਅਲਟੀਮੇਟਮ ਦਿੱਤਾ ਗਿਆ ਕਿ ਜਿਹੜੇ ਸਿੱਖ ਨੌਜਵਾਨ ਜਿਨ੍ਹਾਂ ਦੇ ਖਿਲਾਫ NSA ਲਾਇਆ, ਜੇ ਤੁਸੀਂ 24 ਘੰਟੇ ਦੇ ਵਿੱਚ ਉਹਨਾਂ ਦੇ ਖਿਲਾਫ NSA ਨਹੀਂ ਹਟਾਉਂਦੇ ਤੇ ਫਿਰ ਪੀਸਫੁਲ ਪ੍ਰੋਟੈਸਟ ਦੀ ਗੱਲ ਕੀਤੀ ਗਈ ਹੈ ਕਿ ਪੀਸਫੁਲ ਪ੍ਰੋਟੈਸਟ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੀਤਾ ਜਾਏਗਾ। ਇਸ ਗੱਲ ਨੂੰ ਸਰਕਾਰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ, ਇਹ ਤਾਂ ਖੈਰ ਦੇਖਣ ਵਾਲੀ ਗੱਲ ਹੈਗੀ ਹੈ, ਪਰ ਹਾਂ ਇਹ ਗੱਲ ਅੱਗੇ ਵੱਧਦੀ ਜ਼ਰੂਰ ਨਜ਼ਰ ਆਉਂਦੀ ਹੈ। ਔਰ ਜਿੱਥੇ ਤੱਕ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ, ਪੁਲਿਸ ਦਾ ਆਪਣਾ ਕਹਿਣਾ ਹੈ ਕਿ 353 ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, 197 ਨੂੰ ਛੱਡ ਵੀ ਦਿੱਤਾ ਗਿਆ, ਲੇਕਿਨ ਬਾਕੀ ਦੇ ਜਿਹੜੇ ਲੋਕ ਫੜੇ ਹੋਏ ਨੇ ਹਜੇ ਵੀ ਪੁਲਿਸ ਦੀ ਹਿਰਾਸਤ ਦੇ, ਉਹਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਪੰਥਕ ਜਥੇਬੰਦੀਆਂ ਦੀ ਉਸ ਮੀਟਿੰਗ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਲਾ ਰਹੇ ਨੇ। ਹੁਣ ਇਸ ਮੁੱਦੇ ਦੇ ਉੱਤੇ ਪੰਥਕ ਜਥੇਬੰਦੀਆਂ, ਅਕਾਲ ਤਖਤ ਜਾਂ ਫਿਰ ਸਰਕਾਰ ਦੇ ਵਿੱਚ ਕੀ ਟਕਰਾਅ ਹੁੰਦਾ, ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਪਰ ਹਾਂ, ਇਸ ਮੁੱਦੇ ਦੇ ਉੱਤੇ ਹਜੇ ਵੀ ਪੰਜਾਬ ਪੁਲਿਸ ਹੋਏ, ਭਾਰਤ ਸਰਕਾਰ ਹੋਏ, ਲਕੀਰ ਨੂੰ ਪਿੱਟਦੀ ਨਜ਼ਰ ਆ ਰਹੀ ਹੈ। ਇਸ ਗੱਲ ਦੀ ਚਰਚਾ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵੀ ਹੈ ਔਰ ਪੰਜਾਬ ਦੇ ਲੋਕ ਵੀ ਕਰ ਰਹੇ ਨੇ। ਇੰਦਰਪ੍ਰੀਤ ਜੀ, ਫੋਟੋਆਂ ਬਾਰ-ਬਾਰ ਫੋਟੋਆਂ ਨਸ਼ਰ ਹੋਣੀਆਂ ਵੱਖ-ਵੱਖ, ਕਿਉਂਕਿ ਕਦੇ ਵੀ ਪੁਲਿਸ ਨੇ ਕਲੇਮ ਤਾਂ ਕੀਤਾ ਹੀ ਨਹੀਂ ਕਿ ਅਸੀਂ ਫੋਟੋ ਦੇ ਰਹੇ। ਫੋਟੋ ਜਿਹੜੀਆਂ ਕਿਸੇ ਜਗ੍ਹਾ ਤੋਂ ਵਾਇਰਲ ਹੋ ਜਾਂਦੀਆਂ ਤੇ ਅੱਗੇ ਤੋਂ ਅੱਗੇ ਚੱਲੀ ਜਾਂਦੀਆਂ। ਹੁਣ ਹਾਸੋਹੀਣੀ ਸਥਿਤੀ 'ਚ ਸਾਰੀ ਫਸ ਗਈ ਹੈ ਇਸ ਵੇਲੇ। ਜਿੰਨੀ ਵੀ ਤੁਸੀਂ ਜਾਣਕਾਰੀ ਦੇਖ ਰਹੇ ਹੋ ਸਾਰੀ ਹਾਸੋਹੀਣੀ ਹੋ ਗਈ। ਇੱਕ ਹੁਣ ਹੋਰ ਨਵੀਂ ਫੋਟੋ ਜਾਰੀ ਹੋਈ ਸੀਗੀ ਜਿਹਦੇ ਵਿੱਚ ਉਹ ਬੜੇ ਕਲੀਅਰ ਕੱਟ ਉਹ ਪੈਂਚਰਾਂ ਵਾਲੇ ਦੇ ਅੱਗੇ ਖੜੇ ਨਜ਼ਰ ਆ ਰਹੇ ਆ। ਉਹਦਾ ਜਿੱਦਾਂ ਫੋਟੋ ਖਿਚਾਉਣ ਲਈ ਪੋਜ ਨਹੀਂ ਬੰਦਾ ਮਾਰ ਰਿਹਾ ਹੁੰਦਾ, ਬੰਦਾ ਪੁੱਛੇ ਵੀ ਇਹੋ ਜਿਹੀ ਪੈਨਿਕ ਸਥਿਤੀ ਦੇ ਵਿੱਚ ਉਹ ਫੋਟੋ ਖਿਚਾਉਣ ਲਈ ਬੈਠੇ ਹੋਣਗੇ। ਇੰਜ ਨਹੀਂ ਲੱਗਦਾ ਕਿ ਉਹ CCTV ਦੀ ਫੋਟੋ ਆ, ਇੰਜ ਲੱਗਦਾ ਕੋਈ ਉਹਨਾਂ ਦੀ ਫੋਟੋ ਖਿੱਚ ਰਿਹਾ। ਸੋ ਇਹ ਅਜੇ ਵਿਸ਼ੇ ਨੇ ਜਾਂਚ ਦੇ। ਕੱਲ ਜਦੋਂ ਸਿੰਘ ਸਾਹਿਬਾਨ ਮੀਟਿੰਗ ਕਰ ਰਹੇ ਸੀ ਜਥੇਬੰਦੀਆਂ, ਉੱਥੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੜੇ ਅਗਰੈਸਿਵ ਸੀਗੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿ ਰਹੇ ਸੀਗੇ ਕਿ ਮੈਂ ਅਜੇ ਕਾਲਾ ਕੋਟ ਲਾਇਆ ਨਹੀਂ, ਇਹ ਮੈਂ ਆਪਣੇ ਬੱਚਿਆਂ ਲਈ ਇੱਕ ਵਾਰੀ ਫਿਰ ਕੋਰਟ ਦੇ ਵਿੱਚ ਪੈਰਵਾਈ ਕਰ ਸਕਦਾ, ਮੈਂ ਖੁਦ ਵੀ ਕੇਸ ਲੜ ਸਕਦਾ ਜਾ ਕੇ ਤੇ ਲੜੂਗਾ ਲੋੜ ਪੈਣ ਦੇ ਉੱਤੇ। ਉਸੇ ਵੇਲੇ ਇੱਕ ਹੋਰ ਗਨਮੈਨ ਤੇ NSA ਲਾਇਆ ਜਾਂਦਾ। ਜਦੋਂ ਸਿੰਘ ਸਾਹਿਬ NSA ਹਟਾਉਣ ਦੀ ਗੱਲ ਕਰ ਰਿਹਾ, ਉਸੇ ਵੇਲੇ ਇੱਕ ਹੋਰ ਤੇ NSA ਲਾਤਾ ਜਾਂਦਾ। ਔਰ ਸਰਕਾਰ ਆਪਣੇ ਤੌਰ ਤਰੀਕਿਆਂ ਨਾਲ ਕੰਮ ਕਰਦੀ ਹੈ। ਬਹੁਤ ਸਾਰੇ ਕੇਸ ਐਸੇ ਨੇ ਜਿਹੜੇ ਅਜਨਾਲਾ ਨਾਲ ਜੁੜੇ ਨੇ, ਹੋਰ ਥਾਵਾਂ ਨਾਲ ਜੁੜੇ ਆ। ਕਿ ਇੱਕ ਲੀਕ ਮਾਰ ਕੇ ਇਹ 24 ਘੰਟਿਆਂ ਵਾਲੇ ਅਲਟੀਮੇਟਮ ਦੇ ਤਹਿਤ ਬੱਚੇ ਰਿਹਾ ਕੀਤੇ ਜਾ ਸਕਦੇ ਨੇ? ਇਹ ਵੀ ਹੁਣ ਸਵਾਲ ਉੱਠਣ ਲੱਗ ਗਿਆ। ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਰਕਾਰ ਦਰਮਿਆਨ ਕੋਈ ਗੱਲਬਾਤ ਸ਼ੁਰੂ ਹੋਊਗੀ? ਕਿਉਂਕਿ ਹੋਰ ਤੇ ਕੋਈ ਚਿਹਰਾ ਹੈ ਹੀ ਨਹੀਂ। ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਹੋਊਗੀ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਹੁੰਦੀ ਤੇ ਮੰਨਿਆ ਜਾਂਦਾ ਕਿ ਅਕਾਲੀ ਦਲ ਨਾਲ ਗੱਲਬਾਤ ਹੋ ਰਹੀ ਹੈ। ਸੋ ਇਸ ਵੇਲੇ ਸਥਿਤੀ ਜਿੱਥੇ ਫਸੀ ਆ ਕਿ ਜੇ ਪੁਲਿਸ ਨੇ ਆਪਣੀ ਜਸਟੀਫਿਕੇਸ਼ਨ, ਕਿਉਂਕਿ ਅਲਟੀਮੇਟਮ ਤੇ ਗਵਰਨਮੈਂਟ ਨੂੰ ਦਿੱਤਾ ਗਿਆ, ਲੇਕਿਨ ਗਵਰਨਮੈਂਟ ਦੀ ਏਜੰਸੀ ਤਾਂ ਪੁਲਿਸ ਆ ਜਿਹਨੇ ਕੇਸ ਰਜਿਸਟਰਡ ਕੀਤੇ ਆ। ਜਸਕਰਨ ਸਿੰਘ IG ਇੰਟੈਲੀਜੈਂਸ ਆ ਕੇ ਵੀ ਗਏ ਆ ਜਿਹੜੇ ਮੁਖੀ ਨੇ ਇੰਟੈਲੀਜੈਂਸ ਦੇ। ਹੁਣ ਕੀ ਅੱਜ ਇਹ ਅਲਟੀਮੇਟਮ ਦੀ ਸੀਮਾ ਖਤਮ ਹੋਣ ਤੋਂ ਪਹਿਲਾਂ ਕੀ ਸਰਕਾਰ ਵੱਲੋਂ, ਪੁਲਿਸ ਵੱਲੋਂ ਸਿੰਘ ਸਾਹਿਬ ਨੂੰ ਕੋਈ ਡਿਟੇਲ ਦਿੱਤੀ ਜਾਊਗੀ ਕਿ ਇਹ ਸਥਿਤੀ ਸੀ? ਇਹ ਆਮ ਤੌਰ ਤੇ ਹੁੰਦਾ ਕਿ ਮੁੱਖ ਮੰਤਰੀ ਨੂੰ ਰਿਪੋਰਟ ਪੇਸ਼ ਕੀਤੀ ਜਾਂਦੀ ਹੈ, ਕਿ ਸਿੰਘ ਸਾਹਿਬ ਨੂੰ ਵੀ ਰਿਪੋਰਟ ਪੇਸ਼ ਕੀਤੀ ਜਾਊਗੀ? ਕਿਉਂਕਿ 24 ਘੰਟਿਆਂ ਬਾਅਦ ਕੋਈ ਹੋਰ ਪ੍ਰੋਗਰਾਮ ਦਾ ਆਉਣਾ ਸੁਭਾਵਕ ਹੋਊਗਾ। ਜੇ ਨਹੀਂ ਆਉਂਦਾ ਤੇ ਸਿੰਘ ਸਾਹਿਬ ਦੀ ਕ੍ਰੈਡੀਬਿਲਿਟੀ ਵੀ ਦਾਅ ਤੇ ਹੋਊਗੀ। ਕੀ ਕਹਿੰਦੇ? ਨਹੀਂ, ਮੈਨੂੰ ਨਹੀਂ ਲੱਗਦਾ ਰੰਧਾਵਾ ਸਾਹਿਬ ਕਿ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜੀ ਰਿਪੋਰਟ ਹੈ ਉਹ ਸਿੰਘ ਸਾਹਿਬ ਨੂੰ ਦਿੱਤੀ ਜਾਊਗੀ। ਸਰਕਾਰ ਆਪਣਾ ਜਿਹੜਾ ਇੱਕ ਸਰਕਾਰ ਦਾ ਜਿਹੜਾ ਦਬਦਬਾ ਹੁੰਦਾ ਉਹਨੂੰ ਤਾਂ ਘੱਟੋ ਘੱਟ ਲੂਜ਼ ਨਹੀਂ ਕਰੇਗੀ। ਦੂਜਾ, ਇਹ ਗੱਲ ਜਿਹੜੀ ਤੁਸੀਂ ਕੀਤੀ ਸੀ, ਅਸੀਂ ਵੀ ਕੱਲ ਇਸ ਗੱਲ ਦੇ ਉੱਤੇ ਲੱਗੇ ਰਹੇ ਕਿ ਸ਼ਾਇਦ ਕੋਈ ਸਰਕਾਰ ਦਾ ਕੋਈ ਪੱਖ ਇਸ ਦੇ ਉੱਤੇ ਆ ਜੇ ਕਿ ਅੰਮ੍ਰਿਤਪਾਲ ਦੇ ਮਾਮਲੇ 'ਚ ਜਿਹੜਾ ਸਿੰਘ ਸਾਹਿਬ ਨੇ ਦਿੱਤਾ ਨੋਟਿਸ 24 ਘੰਟੇ ਦਾ ਕਿ ਸਾਰੇ ਸਿੱਖ ਯੁਵਾ ਜਿਹੜੇ ਹੈਗੇ ਉਹ ਰਿਹਾ ਕਰੋ, ਉਸ ਤੇ ਸਰਕਾਰ ਦਾ ਕੀ ਉਹ ਹੈ? ਤਾਂ ਗਵਰਨਮੈਂਟ ਵਾਲੀ ਸਾਈਡ ਤੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੋਈ ਵੀ ਨਹੀਂ ਆਇਆ, ਕੋਈ ਮਿਨਿਸਟਰ ਵੀ ਇਸ ਤੇ ਗੱਲ ਹੀ ਨਹੀਂ ਕਰਨਾ ਚਾਹੁੰਦਾ ਸੀ। ਈਵਨ ਚੀਫ ਮਿਨਿਸਟਰ ਦਾ ਵੀ ਕੋਈ ਟਵੀਟ ਨਹੀਂ ਆਇਆ, ਅਦਰਵਾਈਜ਼ ਉਹ ਟਵੀਟ ਕਰ ਦਿੰਦੇ ਹੁੰਦੇ ਆ, ਤੁਹਾਨੂੰ ਪਤਾ ਹੈ, ਲੇਕਿਨ ਇਸ ਤੇ ਨਹੀਂ ਆਇਆ। ਫਿਰ ਅਸੀਂ ਰਾਤੀ ਕਾਫੀ ਦੇਰ ਰਾਤ ਹੋ ਗਈ ਸੀ, ਪਾਰਟੀ ਸਪੋਕਸਮੈਨ ਨਾਲ ਸਾਡਾ ਸੰਪਰਕ ਹੋ ਗਿਆ। ਉਹਨਾਂ ਨੇ ਜ਼ਰੂਰ ਇਹ ਕਿਹਾ ਵੀ CM ਸਾਹਿਬ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਅਸੀਂ ਜਿਹੜੇ 197 ਬੰਦੇ ਤਾਂ ਆਲਰੇਡੀ ਰਿਲੀਜ਼ ਕਰ ਚੁੱਕੇ ਹਾਂ, ਜਾਂ ਹਜੇ ਮਤਲਬ ਪ੍ਰੋਸੈਸ 'ਚ ਨੇ, ਉਹ ਮਤਲਬ ਉਹ ਰਿਲੀਜ਼ ਕਰ ਦੇਣੇ ਆ। ਜਿਹੜੇ ਬੇਕਸੂਰ ਨੇ ਉਹਨਾਂ ਨਾਲ ਕੋਈ ਉਹ ਨਹੀਂ ਹੈ। ਸਿਰਫ 30 ਕੁ ਬੰਦੇ ਨੇ ਜਿਨ੍ਹਾਂ ਬਾਰੇ ਲੱਗਦਾ ਕਿ ਉਹਨਾਂ ਦਾ
ਕੋਈ ਗਹਿਰਾ ਸੰਬੰਧ ਹੈਗਾ ਅੰਮ੍ਰਿਤਪਾਲ ਨਾਲ, ਉਹੀ ਸਿਰਫ ਕਰਾਂਗੇ। ਤੇ ਦੂਜੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸਿੰਘ ਸਾਹਿਬ ਨੂੰ ਕਿਹਾ ਕਿ ਜਿਹੜੇ ਇਹ ਜੇ ਧਾਰਮਿਕ ਸੰਗਠਨ ਨੇ ਪ੍ਰਚਾਰ ਵਾਲੇ, ਵੀ ਘੱਟੋ ਘੱਟ ਤੁਸੀਂ ਉਹਨਾਂ ਨੂੰ ਵੀ ਕਹੋ ਵੀ ਅੰਮ੍ਰਿਤਪਾਲ ਵਰਗੇ ਜਿਹੜੇ ਬੰਦੇ ਹੈਗੇ ਆ, ਤੁਸੀਂ ਉਹ ਇਹ ਜੇ ਕੀ ਹੁੰਦਾ ਕਿ ਕੋਈ ਵੀ ਬੰਦਾ ਆ ਕੇ ਤੇ ਵਰਗਲਾ ਲੈਂਦਾ ਨੌਜਵਾਨਾਂ ਨੂੰ, ਤੇ ਘੱਟੋ ਘੱਟ ਇਹਨਾਂ ਤੇ ਵੀ ਤੁਸੀਂ ਇੱਕ ਕੋਈ ਨਕੇਲ ਕਸੋ। ਇਹ ਗੱਲ ਰਾਤੀ ਹੋਈ, ਅਸੀਂ ਕੈਰੀ ਨਹੀਂ ਕਰ ਪਾਏ ਇਹਨੂੰ ਜ਼ਿਆਦਾ, ਕਿਉਂਕਿ ਬਹੁਤ ਟਾਈਮ ਹੋ ਚੁੱਕਿਆ ਸੀ, ਖਬਰ ਨਿਕਲ ਚੁੱਕੀ ਸੀ ਉਦੋਂ ਤੱਕ। ਸੋ ਇਹ ਚੀਜ਼ਾਂ ਹੈ ਜਿਹੜੀਆਂ ਤੁਸੀਂ ਗੱਲ ਕੀਤੀ ਹੈਗੀ ਕਿ ਮਤਲਬ ਸਰਕਾਰ ਉੱਥੇ ਜਾ ਕੇ ਰਿਪੋਰਟ ਕਰੇਗੀ, ਮੈਨੂੰ ਇਹਦੀ ਉਮੀਦ ਬਹੁਤ ਘੱਟ ਲੱਗਦੀ ਹੈ, ਕਿਉਂਕਿ ਸਰਕਾਰ ਦਾ ਇੱਕ ਆਪਣਾ ਦਬਦਬਾ ਹੁੰਦਾ ਹੈ। ਹਾਂ, ਪਾਰਟੀ ਸਪੋਕਸਮੈਨ ਅੱਜ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਇਸ ਤੇ ਇਹ ਇੱਕ ਦਰਸਾਇਆ ਜਾਏ, ਜਾਂ ਜਿਵੇਂ ਇੰਟੈਲੀਜੈਂਸ ਚੀਫ ਪਹਿਲਾਂ ਗਏ ਸੀ ਉਸੇ ਤਰ੍ਹਾਂ ਦੇ ਇੱਕ ਵਾਰ ਫਿਰ ਜਾਇਆ ਜਾਏ, ਜਾਂ ਜਿਵੇਂ ਸੁਖਚੈਨ ਸਿੰਘ ਗਿੱਲ ਆਲਰੇਡੀ ਇੱਕ ਪ੍ਰੈਸ ਕਾਨਫਰੰਸ ਡੇਲੀ ਦੀ ਕਰਦੇ ਹੀ ਨੇ, ਇਹ ਸਾਰਾ ਸਮਅਪ ਕਰਦੇ ਨੇ ਕਿ ਅੱਜ ਕੀ ਹੋਇਆ। ਹੁਣ ਪਿਛਲੇ 2-3 ਦਿਨ ਤੋਂ ਤਾਂ ਉਹ ਵੀ ਕਰ ਨਹੀਂ ਰਹੇ, ਉਹਨਾਂ ਨੂੰ ਵੀ ਲੱਗ ਰਿਹਾ ਕਿ ਹੁਣ ਕਿੰਨਾ ਕੁ ਝੂਠ ਮੈਂ ਬੋਲੀ ਜਾਵਾਂ, ਸਾਰਿਆਂ ਨੂੰ ਮੈਂ ਦੱਸੀ ਜਾਵਾਂ। ਜਸਟੀਫਿਕੇਸ਼ਨ ਦੀ ਵੀ ਕੋਈ ਇੱਕ ਹੱਦ ਹੁੰਦੀ ਹੈ ਨਾ, ਵੀ ਜੇ ਕੁਝ ਅਸਫਲਤਾਵਾਂ ਹੈਗੀਆਂ ਨੇ, ਜਾਂ ਤਾਂ ਗਵਰਨਮੈਂਟ ਕਲੀਅਰ ਕਰਕੇ ਮੰਨ ਹੀ ਲਏ ਵੀ ਹਾਂਜੀ ਸਾਡੇ ਤੋਂ ਨਿਕਲ ਗਿਆ, ਅਸੀਂ ਅਸਫਲ ਰਹੇ, ਇਹਨਾਂ ਦਾ ਗਵਰਨਮੈਂਟ ਵੀ ਕਦੀ ਨਹੀਂ ਕਰਦੀ। ਲੇਕਿਨ ਜਿਹੜੇ ਬੰਦੇ ਅੱਗੇ ਹੁੰਦੇ ਆ, ਜਿਹੜੇ ਪ੍ਰੈਸ ਕਾਨਫਰੰਸਾਂ ਕਰਦੇ ਆ, ਮੈਨੂੰ ਲੱਗਦਾ ਕਿ ਉਹ ਵੀ ਕਿੰਨਾ ਕੁ ਚਿਰ ਤੱਕ ਜਸਟੀਫਿਕੇਸ਼ਨ ਇਹ ਦੇਈ ਜਾਣਗੇ ਕਿ ਜੀ ਇੱਥੇ ਹੁਣ ਪੈੜ ਨੱਪਲੀ ਆ, ਉੱਥੇ ਪੈੜ ਨੱਪਲੀ ਹੈ, ਤੇ ਅਲਟੀਮੇਟਲੀ ਤਾਂ ਉਹ ਨਿਕਲ ਹੀ ਗਿਆ। ਜਾਂ ਮੈਨੂੰ ਇਹ ਲੱਗ ਰਿਹਾ ਕਿ ਇਹ ਇੱਕ ਪੂਰਾ ਜਿਹੜਾ ਹੁੰਦਾ ਹੈ ਕਿ ਸਾਡਾ ਧਿਆਨ ਹਟਾਉਣ ਦੀ ਇੱਕ ਮੁਹਿੰਮ ਹੈ, ਅਸਲ ਵਿੱਚ ਕਹਾਣੀ ਕੁਝ ਹੋਰ ਚੱਲ ਰਹੀ ਹੈ। ਵੀ ਕਹਾਣੀ ਕੁਝ ਹੋਰ ਚੱਲ ਰਹੀ ਹੈ। ਇਹ ਧਿਆਨ ਭਟਕਾਉਣ ਤੇ ਹਟਾਉਣ ਦੀ ਇੱਕ ਪ੍ਰਕਿਰਿਆ ਜਿਹੜੀ ਅਕਸਰ ਸਰਕਾਰਾਂ ਨੂੰ ਕਰਨੀ ਆਉਂਦੀ ਹੈ, ਤੇ ਅਸੀਂ ਉਸ ਟਰੈਪ ਵਿੱਚ ਸਾਰੇ ਫਸੇ ਵੀ ਹੁੰਦੇ ਆ। ਆਮ ਬੰਦੇ ਦੀ ਕੀ ਆ, ਉਹ ਤਾਂ ਬਹਿਸ ਹੀ ਕਰ ਸਕਦਾ ਨਾ ਆਪਣੇ ਘੇਰੇ 'ਚ, ਕਦੇ ਚਾਹ ਤੇ ਕਦੇ ਵਿਸਕੀ ਤੇ ਇਹ ਹੁੰਦਾ ਹੀ ਪਿਆ। ਸਵਾਲ ਇਸ ਤੋਂ ਵੀ ਵੱਡਾ ਹੈ ਕਿ ਜੇਕਰ ਆਪਣੀ ਅਸਫਲਤਾ ਮੰਨੀ ਜਾਊਗੀ ਤਾਂ ਫਿਰ ਇੰਦਰਪ੍ਰੀਤ ਜੀ ਕਿਸੇ ਦੀ ਜ਼ਿੰਮੇਵਾਰੀ ਤੈਅ ਕਰਨੀ ਪਊਗੀ। ਹੁਣ ਜ਼ਿੰਮੇਵਾਰੀ ਕਿਹਦੀ ਤੈਅ ਕਰੋਗੇ? ਇਹ ਡਿਜ਼ਾਈਨ ਕਿਹਨੇ ਕੀਤਾ? ਇਹ ਮੁੜ ਕੇ ਸਵਾਲ ਮੁੱਖ ਮੰਤਰੀ ਤੱਕ ਜਾਂਦੇ ਆ, ਇਹ ਜਾ ਕੇ ਗ੍ਰਹਿ ਮੰਤਰੀ ਤੱਕ ਜਾਂਦੇ ਆ ਜਿਹੜੇ ਮੁੱਖ ਮੰਤਰੀ ਆਪ ਹੀ ਨੇ, ਫਿਰ ਇਹ ਡੀਜੀਪੀ ਤੱਕ ਜਾਂਦੇ ਨੇ। ਹੁਣ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਇੱਕ ਆਮ ਤੌਰ ਤੇ ਸਰਕਾਰਾਂ ਨੇ ਤਰੀਕਾ ਬਣਾਇਆ ਹੁੰਦਾ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਕਮੇਟੀ ਨਾਲ, ਕਿਉਂਕਿ ਇਹ ਸਮਾਨਾਂਤਰ ਚੱਲਣ ਵਾਲੀਆਂ ਸੰਸਥਾਵਾਂ ਨੇ ਪੰਜਾਬ ਦੇ ਵਿੱਚ, ਇਹਨਾਂ ਨੂੰ ਤੁਸੀਂ ਛੁਟਿਆ ਕੇ ਨਹੀਂ ਦੇਖ ਸਕਦੇ। ਆਮ ਤੌਰ ਤੇ ਅੰਮ੍ਰਿਤਸਰ ਦੇ ਡੀਸੀ ਇਸੇ ਕਰਕੇ ਸਿੱਖ ਲਾਏ ਜਾਂਦੇ ਸੀਗੇ ਸਦਾ, ਕਿ ਲੋੜ ਪੈਣ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿੱਚ ਵਿਚਰਦੇ ਰਹਿੰਦੇ ਸੀ, ਔਰ ਉਹਨਾਂ ਦੀ ਇੱਕ ਪ੍ਰਵਾਨਗੀ ਵੀ ਹੁੰਦੀ ਸੀ। ਅੱਜ ਕੱਲ ਇੱਥੇ ਇੱਕ ਸ਼ਾਇਦ ਮੈਂ ਉਹਨਾਂ ਦਾ ਅਹੁਦਾ ਤਾਂ ਨਹੀਂ ਜਾਣਦਾ, ਭੰਡਾਲ ਸਾਹਿਬ ਨੇ ਪੁਲਿਸ ਦੇ ਅਫਸਰ, ਉਹ ਵੀ ਅਕਸਰ ਤੁਹਾਨੂੰ ਮਿਲਣਗੇ ਉਹਨਾਂ ਘੇਰਿਆਂ 'ਚ, ਗੁਰਸਿੱਖ ਹੈਗੇ ਨੇ, ਔਰ ਇਹੋ ਜਿਹੇ ਮਾਮਲਿਆਂ 'ਚ ਉਹ ਅਕਸਰ ਅੱਗੇ ਹੋ ਕੇ ਆਪਣਾ ਰੋਲ ਪਲੇ ਕਰਦੇ ਆ। ਲੇਕਿਨ ਕਿਉਂਕਿ ਇਹ ਥੋੜਾ ਵੱਡਾ ਮਾਮਲਾ ਹੈ, ਮੈਨੂੰ ਲੱਗਦਾ ਪੁਲਿਸ ਕਮਿਸ਼ਨਰ, ਕਿਉਂਕਿ ਪੁਲਿਸ ਕਮਿਸ਼ਨਰ ਵੀ ਜਿਹੜੇ ਉਹ ਬਹੁਤ ਵੱਡਾ ਰੋਲ ਪਲੇ ਕਰ ਰਹੇ ਆ, SIT ਨੂੰ ਹੈਡ ਕਰ ਰਿਹਾ ਨੌ ਨਿਹਾਲ ਸਿੰਘ ਸ਼ਾਇਦ, ਇਸ ਕਰਕੇ ਮੈਨੂੰ ਲੱਗਦਾ ਜਸਕਰਨ ਸਿੰਘ ਦੀ ਡਿਊਟੀ ਫਿਰ ਮੁੜ ਕੇ ਲੱਗੇ। ਤੁਸੀਂ ਟੈਲੀਫੋਨ ਕਰ ਲਓ ਸਿੰਘ ਸਾਹਿਬ ਨੂੰ, ਥੋੜਾ ਜਿਹਾ ਨਰਮ ਕਰ ਲਓ, ਆਪਣੀ ਗੱਲ ਕਹਿ ਦਿਓ। ਤੁਹਾਡੀ ਗੱਲ ਠੀਕ ਹੈ ਕਿ ਹੋ ਸਕਦਾ ਇਹਦੇ ਉੱਤੇ ਪ੍ਰੈਸ ਕਾਨਫਰੰਸ ਜਾਂ ਬਾਕੀ ਕੁਝ ਨਾ ਹੋਵੇ ਔਰ ਪਰਦੇ ਪਿੱਛੋਂ ਕੋਈ ਚੈਨਲ ਚਲਾਇਆ ਜਾਵੇ, ਪਰ ਸਿੰਘ ਸਾਹਿਬ ਲਈ ਬਹੁਤ ਔਖਾ ਹੋਊਗਾ ਕਿਸੇ ਗੱਲ ਨੂੰ ਪਰਦੇ ਪਿੱਛੇ ਰੱਖਣਾ। ਉਹਨਾਂ ਨੂੰ ਟਰਾਂਸਪੇਰੈਂਸੀ ਰੱਖਣੀ ਪਊਗੀ, ਕਿਉਂਕਿ ਸੰਗਤ ਕਦੇ ਬਰਦਾਸ਼ਤ ਨਹੀਂ ਕਰਦੀ ਕਿ ਇਸ ਤਰ੍ਹਾਂ ਦੇ ਵੱਡੇ ਅਹੁਦੇ ਸਰਕਾਰਾਂ ਨਾਲ ਰਲ ਕੇ ਚੱਲਣ। ਭਾਸਕਰ ਸਾਹਿਬ ਕੋਈ ਆਖਰੀ ਲਫ਼ਜ਼ ਕਹਿਣਾ ਚਾਹ ਰਹੇ ਤੇ? ਰੰਧਾਵਾ ਜੀ, ਕੱਲ ਅਕਾਲ ਤਖਤ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਉਸ ਮੀਟਿੰਗ ਤੋਂ ਬਾਅਦ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ। ਇੱਕ ਤਰਫ ਪੁਲਿਸ ਵੱਡੇ ਵੱਡੇ ਖੁਲਾਸੇ ਕਰ ਰਹੀ ਹੈ ਔਰ ਆਪਣੀ ਨਾਕਾਮੀਆਂ ਨੂੰ ਛੁਪਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਤੱਕ ਕਿ ਫਾਇਰਿੰਗ ਰੇਂਜ ਦੀ ਗੱਲਾਂ ਹੋਈਆਂ, ਔਰ ਅਗਰ ਆਪਰੇਸ਼ਨ ਅੰਮ੍ਰਿਤਪਾਲ ਨਹੀਂ ਹੁੰਦਾ ਤੇ ਇਹ ਇੰਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਖਰਾਬ ਹੋਣੀ ਸੀ, ਸ਼ਾਂਤੀ ਦਾ ਮਾਹੌਲ ਨਹੀਂ ਰਹਿਣਾ ਸੀਗਾ। ਔਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੇ ਅਕਾਲ ਤਖਤ ਜਾਂ ਪੰਥਕ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਕਿ ਉਹ ਸਾਰੇ ਇਨੋਸੈਂਟ ਜਿਹੜੇ ਯੂਥ ਨੇ ਉਹਨਾਂ ਨੂੰ ਫੜਿਆ, ਉਹ NSA ਲਾਈ ਹੈ, ਉਹਨਾਂ ਨੂੰ ਰਿਲੀਜ਼ ਕਰੋ, ਇਹ ਇੱਕ ਬੜੀ ਅਜੀਬ ਜਿਹੀ ਸਥਿਤੀ ਹੈ। ਕਿਉਂਕਿ ਜਾਂ ਤੇ ਪੁਲਿਸ ਦੇ ਕੋਲ ਪੁਖਤਾ ਸਬੂਤ ਨਹੀਂ ਹੈ ਤਾਂ ਇਹ ਗੱਲ ਮੰਨੀ ਜਾ ਸਕਦੀ ਹੈ, ਜੇ ਪੁਖਤਾ ਸਬੂਤ ਪੰਜਾਬ ਪੁਲਿਸ ਕੋਲ ਹੈਗੇ ਨੇ ਤੇ ਫਿਰ ਪੰਥਕ ਜਥੇਬੰਦੀਆਂ ਦੀ ਉਹ ਗੱਲ ਪੰਜਾਬ ਪੁਲਿਸ ਕਿੱਦਾਂ ਮੰਨੇ? ਇਹਦੇ ਵਿੱਚ ਕਮਿਊਨੀਕੇਸ਼ਨ ਗੈਪ ਲੱਗਦਾ ਹੈ। ਜਸਕਰਨ ਸਿੰਘ ਜੀ ਗਏ ਤੇ ਸੀਗੇ ਉੱਥੇ, ਪਰ ਇਹਨਾਂ ਗੱਲਾਂ ਦੇ ਉੱਤੇ ਕੁਝ ਸਮਝਾ ਕੇ ਆਏ ਹੋਣਗੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ। ਉਹਨਾਂ ਗੱਲਾਂ ਨੂੰ ਅੱਗੇ ਤੋਰਨ ਦੀ ਜ਼ਰੂਰਤ ਹੈ, ਕਿਉਂਕਿ ਅਗਰ ਇਹ ਕਨਫਲਿਕਟ ਸਿੱਖੀ ਦੇ ਵਿੱਚ ਹੀ ਫੈਲ ਗਿਆ, ਯਾਨੀ ਅਕਾਲ ਤਖਤ ਦੇ ਵਿੱਚ ਔਰ ਪੰਜਾਬ ਪੁਲਿਸ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਕੋਈ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ, ਤੇ ਇਹ ਸੂਬੇ ਵਾਸਤੇ ਕੋਈ ਬਹੁਤ ਵਧੀਆ ਸਥਿਤੀ ਨਹੀਂ ਹੈ। ਔਰ ਇਸ ਸਥਿਤੀ ਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਕਰਨਾ ਚਾਹੀਦਾ ਹੈ।
ਜੇ ਅੰਮ੍ਰਿਤਪਾਲ ਦੇ ਖਿਲਾਫ ਪੁਖਤਾ ਸਬੂਤ ਹੈ ਤੇ ਉਹਨਾਂ ਸਬੂਤਾਂ ਦੇ ਰਾਹੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋਲ ਮਿਲਣਾ ਚਾਹੀਦਾ ਪੁਲਿਸ ਨੂੰ, ਔਰ ਦੱਸਣਾ ਚਾਹੀਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਇਸ ਆਪਰੇਸ਼ਨ ਨੂੰ ਅੱਗੇ ਪਹੁੰਚਾ ਰਹੇ ਹਾਂ, ਕਿਉਂਕਿ ਪੁਲਿਸ ਦੀ ਨਾਕਾਮਯਾਬੀ ਅੰਮ੍ਰਿਤਪਾਲ ਆਪਰੇਸ਼ਨ ਦੇ ਮੁੱਦੇ ਦੇ ਉੱਤੇ ਸਾਫ਼ ਦੇਖੀ ਜਾ ਸਕਦੀ ਹੈ। ਇਹਦੇ ਉੱਤੇ ਸਵਾਲ ਵੀ ਖੜੇ ਹੋ ਰਹੇ ਨੇ, ਪਰ ਅਕਾਲ ਤਖਤ ਦੀ ਇਸ ਮੰਗ ਦੇ ਉੱਤੇ ਪੁਲਿਸ ਕਿੱਦਾਂ ਰਿਐਕਟ ਕਰਦੀ ਹੈ, ਸਰਕਾਰ ਕਿੱਦਾਂ ਰਿਐਕਟ ਕਰਦੀ ਹੈ, ਕਿਉਂਕਿ ਜਦ ਤੁਸੀਂ ਬਿਲਕੁਲ ਰਿਐਕਟ ਨਹੀਂ ਕਰਦੇ ਤਾਂ ਵੀ ਇਹ ਮਾਮਲਾ ਆਊਟ ਆਫ ਦੀ ਬਾਕਸ ਚਲੇ ਜਾਂਦਾ ਹੈ। ਜੇ ਇਸ ਮਾਮਲੇ ਨੂੰ ਰਿਐਕਟ ਦੇ ਉੱਤੇ ਰਿਐਕਟ ਕਰਕੇ ਮਾਮਲੇ ਨੂੰ ਸਮਝਾ ਦਿੱਤਾ ਜਾਏ, ਦੱਸ ਦਿੱਤਾ ਜਾਏ ਕਿ ਵੀ ਕਿਉਂ ਕਿਹਨੂੰ ਅਸੀਂ ਫੜਿਆ ਹੈ, ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਮਾਮਲਾ ਇੱਥੇ ਹੀ ਖਤਮ ਕਰਨਾ ਚਾਹੀਦਾ ਹੈ। ਪਰ ਇੱਥੇ ਸਵਾਲ ਇਹ ਵੀ ਉੱਠਦੇ ਆ ਕਿ ਜਦੋਂ ਉਹ ਅਜਨਾਲੇ ਦੀ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਹੀ ਇਹ ਸਾਰੇ ਚੀਜ਼ਾਂ ਅੱਗੇ ਕਿੱਦਾਂ ਆਉਂਦੀਆਂ? ਤਾਂ ਮਤਲਬ ਪਹਿਲਾਂ ਪੁਲਿਸ ਬਿਲਕੁਲ ਅੱਖਾਂ ਬੰਦ ਕਰਕੇ ਬੈਠੀ ਸੀ। ਪੰਜਾਬ ਦਾ ਇਹ ਤੰਤਰ ਜਿਹੜਾ ਖੁਫੀਆ ਤੰਤਰ ਜਿਹੜਾ ਹਰ ਚੀਜ਼ ਤੇ ਨਜ਼ਰ ਰੱਖਦਾ ਹੈ, ਇਹਦਾ ਮਤਲਬ ਜੇ ਅਜਨਾਲੇ ਵਾਲੀ ਘਟਨਾ ਨਾ ਹੁੰਦੀ ਤੇ ਅਗਲੇ 6 ਮਹੀਨੇ ਇੰਝ ਹੀ ਚੱਲਦਾ ਰਹਿੰਦਾ, ਫਿਰ ਕਿੰਨੇ ਵੱਡੇ ਪ੍ਰਬੰਧ ਹੋ ਜਾਂਦੇ ਜਾਂ ਕੁਝ ਹੋ ਜਾਂਦਾ। ਲੋਕ ਇਸ ਗੱਲ ਤੇ ਵੀ ਸ਼ੱਕ ਕਰਦੇ ਆ ਕਿ ਕੀ ਸੱਚਮੁੱਚ ਅੰਮ੍ਰਿਤਪਾਲ ਕੋਈ ਏਡੀ ਵੱਡੀ ਸਾਜ਼ਿਸ਼ ਰਚ ਰਿਹਾ ਸੀਗਾ, ਤੇ ਜੇ ਉਹਨੇ ਸਾਜ਼ਿਸ਼ ਏਡੀ ਵੱਡੀ ਕਰਨੀ ਹੁੰਦੀ ਤੇ ਫਿਰ ਉਹ ਘਰ ਕਿਉਂ ਬੈਠਾ ਹੁੰਦਾ, ਫਿਰ ਉਹ ਇਸ ਤਰ੍ਹਾਂ ਦੀ ਵਹੀਰ ਕਿਉਂ ਚਲਾਉਂਦਾ? ਸੋ ਇਹ ਦੋਨੇ ਥਿਊਰੀਆਂ ਆਪਣੇ ਆਪ ਵਿੱਚ ਭਿੜਦੀਆਂ ਨੇ। ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜੀ ਮੰਗ ਰੱਖੀ ਗਈ ਆ ਉਹ ਬੇਕਸੂਰਿਆਂ ਦੀ ਰੱਖੀ ਗਈ ਆ। ਔਰ ਭਾਸਕਰ ਸਾਹਿਬ, ਪੁਰਾਣਾ ਇਤਿਹਾਸ ਦੇਖੋ, ਜਦੋਂ ਉਹ ਸਾਰੇ ਰੌਲੇ ਪੈਂਦੇ ਆ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਿਹੜੇ ਬੱਚਿਆਂ ਨੇ ਹਥਿਆਰ ਚੱਕ ਲਏ ਸੀ, ਕਿਉਂਕਿ ਇੱਕ ਤਲਾਸ਼ੀ ਅਭਿਆਨ ਸ਼ੁਰੂ ਹੋਇਆ ਸੀ, ਇੱਕ ਜਲਾਲਤ ਵੀ ਹੋਈ ਸੀ, ਔਰ ਕਈ ਬੱਚੇ ਡਰਦੇ ਹੀ ਘਰਾਂ ਤੋਂ ਭੱਜ ਗਏ ਸੀ ਵੀ ਜੇ ਪੁਲਿਸ ਦੇ ਢਿੱਕੇ ਆਉਂਦੇ ਆ ਤੇ ਸਾਨੂੰ ਕੁੱਟ ਬੜੀ ਪੈਣੀ। ਉਹ ਕੁੱਟ ਦੇ ਡਰੋਂ ਭੱਜੇ, ਫਿਰ ਉਹਨਾਂ ਨੂੰ ਹਥਿਆਰ ਚੱਕਣੇ ਪਏ। ਸੋ ਕਈ ਵਾਰੀ ਤੁਸੀਂ ਇਸ ਤਰ੍ਹਾਂ ਦੇ ਮੁਹਿੰਮ ਦੇ ਵਿੱਚ ਕਈ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੰਦੇ, ਔਰ ਉਹ ਐਵੇਂ ਫਾਲਤੂ ਡਰਾਂ 'ਚ ਵੀ ਕਈ ਵਾਰੀ ਭੱਜੇ ਹੁੰਦੇ ਆ। ਤੇ ਕਈ ਵਾਰੀ ਪੁਲਿਸ ਕਰਦੀ ਵੀ ਗਲਤ ਹੈ, ਕਿਸੇ ਨੂੰ ਜਲੀਲ ਕਰਨਾ, ਉਸ ਤੋਂ ਬਾਅਦ ਉਹਦਾ ਨਿਕਲ ਜਾਣਾ, ਇਹ ਸੈਂਸਿਟਿਵਿਟੀ, ਸੰਵੇਦਨਸ਼ੀਲਤਾ ਇੱਕ ਅਗਲਾ ਪਹਿਲੂ ਆ। ਇਹ ਠੀਕ ਗੱਲ ਆ ਕਿ ਜੇ ਤੁਸੀਂ ਮਾਹੌਲ ਨੂੰ ਸਾਜ਼ਗਰ ਰੱਖਣਾ ਹੈ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰਾਂਸਪੇਰੈਂਸੀ ਨਾਲ, ਟਰਾਂਸਪੇਰੈਂਟ ਤਰੀਕੇ ਨਾਲ ਦੱਸ ਕੇ ਕਿ ਇਹ ਅਜਨਾਲਾ ਕੇਸ ਦੇ ਵਿੱਚ ਸੀਗਾ ਤੇ ਫਲਾਣੇ ਕੇਸ ਦੇ ਵਿੱਚ ਸੀ, ਦੱਸੋ। ਬਾਕੀ ਜਿਹੜੇ ਤੁਸੀਂ ਸਾਜ਼ਿਸ਼ ਅਧੀਨ ਸ਼ੱਕ ਦੇ ਵਿੱਚ, ਉਹਨਾਂ ਤੇ ਨਜ਼ਰ ਰੱਖ ਲਓ। ਵੀ ਜੇਕਰ ਮਾਹੌਲ ਤੁਸੀਂ ਕੰਟਰੋਲ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ, ਬੱਚਿਆਂ ਤੇ ਨਜ਼ਰ ਰੱਖ ਲਓ ਭਾਵੇਂ, ਪਰ ਉਹਨਾਂ ਨੂੰ ਤੁਸੀਂ ਫੜ ਕੇ ਅੰਦਰ ਦੇ ਕੇ ਤੇ ਉਹਨਾਂ ਨੂੰ ਪੱਕੇ ਮੁਜਰਮ ਨਾ ਬਣਾਓ, ਉਹਨਾਂ ਨੂੰ ਪੱਕੇ ਸਲਾਮਤ ਨਾ ਤੋਰੋ। ਇਹ ਅੰਦਰਪ੍ਰੀਤ ਜੀ ਮੈਨੂੰ ਲੱਗਦਾ ਜ਼ਿਆਦਾ ਅਹਿਮ ਸੀ, ਜਿਹੜਾ ਸ਼ਾਇਦ ਸਿੰਘ ਸਾਹਿਬ ਦਾ ਕੰਸਰਨ ਵੀ ਇਹੀ ਹੋਵੇ। ਜੀ ਬਿਲਕੁਲ ਠੀਕ ਹੈ ਜੀ। ਇਸ ਤੋਂ ਅਗਲੀ ਖਬਰ, ਹਾਂ ਬਿਲਕੁਲ, ਇਸ ਤੋਂ ਅਗਲੀ ਖਬਰ ਜਿਹੜੀ ਆ ਆਪਾਂ ਤੁਰੰਤ, ਮੈਨੂੰ ਲੱਗਦਾ ਵੀ ਇਹ ਲੈ ਲੈਣੀ ਚਾਹੀਦੀ ਆ। ਪੰਜਾਬ ਸਰਕਾਰ ਨੇ ਕਿਸਾਨਾਂ ਦਾ ਲੋਨ 6 ਮਹੀਨੇ ਲਈ ਰਿਕਵਰੀ ਤੇ ਰੋਕ ਲਾਤੀ ਹੈ। ਜਿਹੜੇ ਲੋਨ ਲਏ ਹੋਏ ਆ ਕੋਆਪਰੇਟਿਵ ਸੁਸਾਇਟੀਜ਼ ਤੋਂ ਜਾਂ ਹੋਰ ਤਰੀਕਿਆਂ ਨਾਲ ਕਿਸਾਨੀ ਨਾਲ ਜੁੜੇ, ਉਹਨਾਂ ਨੂੰ ਰਿਕਵਰ ਕਰਨ ਲਈ, ਉਹਨਾਂ ਦੀ ਵਾਪਸੀ ਲਈ 6 ਮਹੀਨੇ ਦਾ ਸਮਾਂ ਦਿੱਤਾ ਹੈ। ਸੋ ਇਸ ਗੱਲ ਨੂੰ ਥੋੜਾ ਜਿਹਾ ਵਧਾਇਓ, ਇਹ ਕਿੰਨੀ ਇੱਕ ਵੱਡੀ ਰਾਹਤ ਆ। ਦੇਖੋ ਰੰਧਾਵਾ ਸਾਹਿਬ, ਜਿਹੜੀ ਪਰਸੋਂ ਸੀਐਮ ਸਾਹਿਬ 4 ਜ਼ਿਲ੍ਹਿਆਂ 'ਚ ਗਏ ਹੈ, ਪਟਿਆਲਾ, ਬਠਿੰਡਾ, ਮੋਗਾ, ਮੁਕਤਸਰ, ਇਹ ਸਾਰੇ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਮਾਰ ਸੀਗੀ, ਉਹਨਾਂ ਦੇ ਜ਼ਿਲ੍ਹਿਆਂ 'ਚ ਸਭ ਤੋਂ, ਔਰ ਕਿਸਾਨਾਂ ਨਾਲ ਉਹਨਾਂ ਨੇ ਸਿੱਧੀ ਗੱਲਬਾਤ ਕੀਤੀ ਹੈ, ਜਿਸ 'ਚ ਸਭ ਤੋਂ ਵੱਡੀ ਜਿਹੜੀ ਮੰਗ ਸੀ ਉਹਨਾਂ ਦੀ, ਉਹ ਇੱਕ ਤਾਂ ਮੁਆਵਜ਼ਾ ਸੀਗਾ ਕਿ ਮੁਆਵਜ਼ਾ ਸਾਨੂੰ ਦਿੱਤਾ ਜਾਏ, ਜ਼ਿਆਦਾ ਤੋਂ ਜ਼ਿਆਦਾ ਦਿੱਤਾ ਜਾਏ, ਸਾਡਾ ਸਾਰਾ ਕੁਝ ਹੀ ਬਰਬਾਦ ਹੋ ਗਿਆ। ਦੂਸਰਾ ਸੀ ਕਿ ਅਸੀਂ ਲੋਨ ਕਿਵੇਂ ਪੇ ਕਰਾਂਗੇ, ਕਿਉਂਕਿ ਹਰ ਤੁਹਾਨੂੰ ਪਤਾ ਹੈ ਫਸਲੀ ਕਰਜ਼ੇ ਜਿਹੜੇ ਹੈਗੇ ਆ ਉਹ ਤਾਂ ਤੁਰੰਤ ਹੀ ਜਦੋਂ ਇੱਧਰ ਕਣਕ ਜਾਂ ਪੈਡੀ ਆਂਦੀ ਹੈ ਤੁਰੰਤ ਦੇਣੇ ਪੈਂਦੇ ਆ, ਤਾਂ ਹੀ ਉਹ ਅਗਲਾ ਨਵਾਂ ਮਿਲਦਾ। ਤਾਂ ਇਸ ਟਾਈਮ ਮੈਂ ਕੱਲ ਜਿਹੜਾ ਇਹਨਾਂ ਤੋਂ ਪਤਾ ਕੀਤਾ ਸੀਗਾ ਤਾਂ 7700 ਕਰੋੜ ਦੇ ਕਰੀਬ ਜਿਹੜਾ ਕਰਜ਼ਾ ਹੈਗਾ ਇਸ ਟਾਈਮ ਫਾਰਮਰਸ ਨੂੰ ਦਿੱਤਾ ਹੋਇਆ, ਜਿਹੜਾ ਫਸਲੀ ਕਰਜ਼ੇ ਦੇ ਰੂਪ ਚ ਦਿੱਤਾ ਹੈ, ਜਿਸ ਤੋਂ 2600 ਕਰੋੜ ਰੁਪਇਆ ਆਲਰੇਡੀ ਓਵਰਡਿਊ ਹੈ। ਯਾਨੀ ਕਿ ਪਿਛਲੀਆਂ ਜਿਹੜੀਆਂ ਫਸਲਾਂ ਖਰਾਬ ਹੋਈਆਂ ਨੇ ਉਹਦੇ ਕਰਕੇ ਵੀ ਕਿਸਾਨ ਨਹੀਂ ਭਰ ਸਕੇ, ਉਹ ਓਵਰਡਿਊ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਹੁਣ 5100 ਕਰੋੜ ਦੀ ਐਸੀ ਰਿਕਵਰੀ ਦਾ ਸੀਗਾ ਜਿਹੜਾ 31 ਮਾਰਚ ਤੱਕ ਹੋਣੀ ਸੀ, ਉਹ ਮਤਲਬ ਸੀਐਮ ਸਾਹਿਬ ਨੇ ਕਿਹਾ ਕਿ ਇਹਨੂੰ ਅਗਲੀ ਫਸਲ ਤੱਕ ਕਰ ਦੋ, ਤੇ ਇਹਦੇ ਚ ਨਬਾਰਡ ਵਾਲਿਆਂ ਨੂੰ ਕਿਹਾ ਵੀ ਨਬਾਰਡ ਨਾਲ ਤੁਸੀਂ ਟਾਈ ਅਪ ਕਰੋ ਕਿ ਉਹ ਸਾਨੂੰ ਕਿੰਨੀ ਕੁ ਰਾਹਤ ਦੇ ਸਕਦੇ ਆ। ਨਬਾਰਡ ਦੇ ਕੁਝ ਆਪਣੇ ਨਿਯਮ ਨੇ ਕਿ ਉਹ 33% ਤੱਕ ਤਾਂ ਉਹ ਕਹਿੰਦੇ ਆ ਕਿ ਨਹੀਂ, ਜੇ 33% ਤੱਕ ਖਰਾਬਾ ਫਿਰ ਅਸੀਂ ਲੋਨ ਡੈਫਰ ਨਹੀਂ ਕਰਾਂਗੇ, ਲੇਕਿਨ ਜੇ 50% ਤੋਂ ਉੱਪਰ ਤੱਕ ਚਲਾ ਜਾਂਦਾ ਹੈ ਫਿਰ ਉਹ 5 ਸਾਲ ਲਈ ਕਰ ਦਿੰਦੇ ਆ ਡੈਫਰ। ਔਰ ਕਿੰਨਾ ਫਿਰ ਉਹਦੀ ਪ੍ਰਪੋਰਸ਼ਨ ਹੈ ਵੀ ਕਿੰਨਾ ਉਹਨਾਂ ਨੇ ਦੇਣਾ ਹੈ ਨਬਾਰਡ ਨੇ, ਕਿੰਨਾ ਸਟੇਟ ਗਵਰਨਮੈਂਟ ਉਹਦੇ ਚ ਪਾਏਗੀ, ਇਹ ਹਿੱਸੇਦਾਰੀਆਂ ਅਲੱਗ-ਅਲੱਗ ਤੈਅ ਤੇ ਹੁੰਦੀਆਂ ਨੇ। ਸੋ ਕੱਲ ਇਹ ਸੀ ਵੀ ਜੇ ਨਬਾਰਡ ਨਹੀਂ ਵੀ ਬਣਦਾ, ਵੀ ਇਹ ਕਹਿੰਦਾ ਵੀ ਨਹੀਂ ਅਸੀਂ ਤਾਂ ਨਹੀਂ ਦੇਣਾ ਇੰਨਾ, ਤਾਂ ਵੀ ਸਰਕਾਰ 150 ਕਰੋੜ ਰੁਪਏ ਜਿਹੜਾ ਇਹ ਵਿਆਜ ਦਾ ਹੈਗਾ ਉਹ ਦੇਣ ਲਈ ਤਿਆਰ ਹੈ,
ਤੇ ਇਹ ਰਾਹਤ ਮਤਲਬ ਕਿਸਾਨਾਂ ਨੂੰ ਦਿੱਤੀ ਜਾਏਗੀ, ਚਾਹੇ ਉਹ ਜਨਰਲ ਫੰਡ ਚੋਂ ਫਿਰ ਦੇਣੀ ਪਏ। ਇਹ ਚੰਗੀ ਗੱਲ ਆ, ਕਿਉਂਕਿ ਮਾਰ ਵੱਜੀ ਲੋਕ ਜਿਹੜੇ ਆ ਬਹੁਤ ਵਾਰੀ ਉਹ ਫਿਰ ਡਿਪਰੈਸ਼ਨ 'ਚ ਵੀ ਜਾਂਦੇ ਆ, ਖੁਦਕੁਸ਼ੀਆਂ ਨਿਕਲਦੀਆਂ, ਕਈ ਵਾਰੀ ਜਲਾਲਤ ਵੀ ਨਹੀਂ ਸਹਿ ਪਾਉਂਦੇ ਵੀ ਬੈਂਕ ਵਾਲੇ ਗੇੜਾ ਮਾਰਦੇ, ਸੁਸਾਇਟੀ ਵਾਲੇ ਆਉਂਦੇ ਆ, ਤੰਗ ਕੀਤਾ ਜਾਂਦਾ। ਭਾਸਕਰ ਸਾਹਿਬ, ਆਪਾਂ ਖਬਰ ਲੈਂਦੇ ਆ ਤੁਹਾਡੇ ਐਨ ਜਲੰਧਰ ਦੀ ਇਲੈਕਸ਼ਨ ਤਾਂ ਸਜਣੀ ਸ਼ੁਰੂ ਹੋ ਗਈ, ਇਹ ਤਾਂ ਪਿੰਡ ਮਗਣ ਲੱਗ ਗਿਆ। ਹੁਣ ਆਪਣੇ ਅੰਮ੍ਰਿਤਸਰੀਏ ਰਾਜਕੁਮਾਰ ਵੇਰਕਾ ਦਾ ਜ਼ਿਕਰ ਕਿਉਂ ਚੱਲ ਪਿਆ ਵੀ ਇਹ ਲੜਾ ਸਕਦੇ ਜੀ ਉਹਨੂੰ ਉੱਥੋਂ, ਤੇ ਦੂਜੇ ਬੰਨੇ ਅੱਜ ਉਹਨਾਂ ਦੇ ਵਿਜੇ ਰੂਪਾਨੀ ਆ ਰਹੇ ਇੰਚਾਰਜ ਭਾਜਪਾ ਦੇ, ਕੋਈ ਵੱਡੇ ਫੈਸਲੇ ਹੋ ਸਕਦੇ ਆ ਜਾਂ ਅਜੇ ਕਵਾਇਦ ਸਿਰਫ ਮੱਲ ਜਿੱਦਾਂ ਤਿਆਰ ਹੁੰਦੇ ਖਾੜੇ 'ਚ ਉਹੀ ਆ? ਰੰਧਾਵਾ ਜੀ, ਜਦੋਂ ਤੋਂ ਪ੍ਰਧਾਨ ਮੰਤਰੀ ਦਾ ਕਰਨਾਟਕ ਦਾ ਦੌਰਾ ਖਤਮ ਹੋਈ ਹੈ ਤਦ ਤੋਂ ਲੈ ਕੇ ਹੁਣ ਤੱਕ, ਕਿਉਂਕਿ ਕਰਨਾਟਕਾ ਦੇ ਇਲੈਕਸ਼ਨ ਕਦੀ ਵੀ ਅਨਾਉਂਸ ਹੋ ਸਕਦੇ ਨੇ, ਇਲੈਕਸ਼ਨ ਕਮਿਸ਼ਨ ਕਦੀ ਵੀ ਪ੍ਰੈਸ ਕਾਨਫਰੰਸ ਬੁਲਾ ਸਕਦਾ, ਔਰ ਨਾਲ ਦੇ ਨਾਲ ਪੰਜਾਬ ਦੀ ਜਿਮਨੀ ਚੋਣ ਦੇ ਵੀ ਅਨਾਉਂਸਮੈਂਟ ਹੋ ਸਕਦੀ ਹੈ। ਹੁਣ ਸਾਰੀ ਪੋਲੀਟੀਕਲ ਪਾਰਟੀਆਂ ਬਹੁਤ ਐਕਟਿਵ ਹੋ ਗਈਆਂ। ਜਿੱਥੇ ਤੱਕ ਭਾਜਪਾ ਦੀ ਗੱਲ ਕਰੀਏ ਤੇ ਵਿਜੇ ਰੂਪਾਨੀ ਜਿਹੜੇ ਮੁੱਖ ਮੰਤਰੀ ਕਦੀ ਹੁੰਦੇ ਸੀ ਗੁਜਰਾਤ ਦੇ ਤੇ ਹੁਣ ਪੰਜਾਬ ਦੇ ਇੰਚਾਰਜ ਨੇ, ਅੱਜ ਜਲੰਧਰ ਚੇਚੇ ਤੌਰ ਤੇ ਆ ਰਹੇ ਨੇ। ਹੁਣ ਨਾਂ ਵੀ ਉਜਾਗਰ ਹੋਣੇ ਸ਼ੁਰੂ ਹੋ ਗਏ ਨੇ ਵੀ ਕੌਣ ਹੋ ਸਕਦਾ ਹੈ ਬੀਜੇਪੀ ਦਾ ਕੈਂਡੀਡੇਟ ਜਲੰਧਰ ਜਿਮਨੀ ਚੋਣ ਦੇ ਵਿੱਚ। ਹਜੇ ਤੱਕ ਰਾਜੇਸ਼ ਬਾਘਾ ਦਾ ਨਾਂ ਚੱਲਦਾ ਸੀ, ਜਿਹੜਾ ਪੁਰਾਣਾ ਬੀਜੇਪੀ ਦੇ ਨਾਲ ਜੁੜਿਆ ਹੋਇਆ ਹੈ, ਮਹਾਮੰਤਰੀ ਵੀ ਹੈਗਾ ਸੂਬੇ ਦਾ, ਤੇ ਉਹਦੇ ਨਾਲ ਦੋ ਕੁ ਨਾਮ ਹੋਰ ਤੁਰਨੇ ਸ਼ੁਰੂ ਹੋ ਗਏ। ਅਵਿਨਾਸ਼ ਚੰਦਰ, ਤੁਹਾਨੂੰ ਯਾਦ ਹੋਏਗਾ ਫਿਲੌਰ ਤੋਂ MP MLA ਹੁੰਦੇ ਸੀਗੇ ਅਕਾਲੀ ਦਲ ਦੀ ਟਿਕਟ ਦੇ ਵਿੱਚ, ਔਰ ਕਦੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਵੀ ਹੁੰਦੇ ਸੀ, ਉਹਨਾਂ ਦਾ ਵੀ ਨਾਂ ਤੁਰਿਆ। ਤੇ ਨਾਲ ਦੇ ਨਾਲ ਰਾਜਕੁਮਾਰ ਵੇਰਕਾ, ਜਿਹੜੇ ਅੰਮ੍ਰਿਤਸਰ ਤੋਂ ਕਦੀ ਇਲੈਕਸ਼ਨ ਲੜਦੇ ਸੀ MLA ਦੇ, ਔਰ ਜਿੱਤਦੇ ਵੀ ਸੀਗੇ ਔਰ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਨੇ ਵੀ ਆਪਣਾ ਨਾਂ ਠੋਕਤਾ। ਉਹ ਕਹਿੰਦੇ ਨੇ ਜੇ ਮੈਨੂੰ ਤੁਸੀਂ ਜਲੰਧਰ ਦੀ ਟਿਕਟ ਦੋਗੇ ਤੇ ਮੈਂ ਤੁਹਾਨੂੰ ਜਿੱਤ ਕੇ ਦਿਖਾਊਂਗਾ। ਅੰਦਰ ਹੋਰ ਵੀ ਕਈ ਨਾਂ ਤੁਰਦੇ ਨੇ, ਕਿਉਂਕਿ ਰਾਜੇਸ਼ ਬਾਘਾ ਦਾ ਨਾਂ ਸਭ ਤੋਂ ਉੱਤੇ ਤੇ ਹੈਗਾ, ਪਰ ਨਾਲ ਦੇ ਨਾਲ ਜਿੱਤੂ ਕੈਂਡੀਡੇਟ ਕੌਣ ਹੋਏਗਾ ਇਹਦੇ ਉੱਤੇ ਬੀਜੇਪੀ ਦੇ ਵਿੱਚ ਵੀ ਇੱਕ ਚਰਚਾ ਜ਼ਰੂਰ ਹੈਗੀ ਹੈ। ਰਾਜਕੁਮਾਰ ਵੇਰਕਾ ਦੇ ਇਸ ਰੇਸ ਦੇ ਵਿੱਚ ਆਉਣ ਤੋਂ ਬਾਅਦ ਇਹ ਰੇਸ ਟਿਕਟ ਲੈਣ ਦੀ ਹੋਰ ਇੰਟਰਸਟਿੰਗ ਹੋ ਗਈ ਹੈ, ਕਿਉਂਕਿ ਰਾਜਕੁਮਾਰ ਵੇਰਕਾ ਨੇ ਜਲੰਧਰ ਡੇਰਾ ਪਾਇਆ ਹੋਇਆ ਸੀ ਕੁਝ ਦਿਨਾਂ ਤੋਂ, ਔਰ ਉਹ ਕਾਫੀ ਲੋਕਾਂ ਨੂੰ ਮਿਲ ਵੀ ਰਹੇ ਸੀ। ਹੁਣ ਜਿੱਥੇ ਤੱਕ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦੇ ਚਾਨਣ ਮੁਨਾਰੇ ਕੈਂਡੀਡੇਟ ਹਜੇ ਤੱਕ ਨਜ਼ਰ ਨਹੀਂ ਆ ਰਹੇ। ਇੱਕ ਵੀ ਵਿਅਕਤੀ ਏਦਾਂ ਦਾ ਨਹੀਂ ਨਜ਼ਰ ਆਇਆ ਜਿਹਦੇ ਬਾਰੇ ਚ ਕਹਿ ਸਕੀਏ ਕਿ ਇਹ ਹੋ ਸਕਦਾ ਕੈਂਡੀਡੇਟ। ਕੱਲ ਭਗਵੰਤ ਮਾਨ ਉਹਨਾਂ ਜਲੰਧਰ ਆਏ ਸੀ, ਜਲੰਧਰ ਦੇ ਵਿੱਚ 2-3 ਉਹਨਾਂ ਨੇ ਜੁਆਇਨਿੰਗ ਜ਼ਰੂਰ ਕਰਾਈਆਂ। ਇੱਕ ਫਾਰਮਰ ਡਿਪਟੀ ਮੇਅਰ ਹੁੰਦੇ ਸੀਗੇ ਪ੍ਰਵੇਸ਼ ਤਾਂਗੜੀ, ਕੋਈ ਬਹੁਤ ਵੱਡੀ ਹਸਤੀ ਨਹੀਂ ਸੀ, ਪਰ ਜੁਆਇਨ ਕਰਾ ਗਏ, ਔਰ ਮੁੱਖ ਮੰਤਰੀ ਆਪ ਜੁਆਇਨ ਕਰਾ ਕੇ ਗਏ। ਇੱਕ ਹੋਰ ਵੀ ਜੁਆਇਨਿੰਗ ਹੋਈ, ਪਰ ਉਹਨਾਂ ਜੁਆਇਨਿੰਗ ਦੇ ਰਾਹੀਂ ਆਪਾਂ ਕਹੀਏ ਕਿ ਵੀ ਕੈਂਡੀਡੇਟ ਦਾ ਜਿਹੜਾ ਧੁੰਦਲਾ ਚਿਹਰਾ ਸੀਗਾ, ਜਿਹੜਾ ਹਜੇ ਤੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕੌਣ ਹੋਏਗਾ ਉਹ ਕੋਈ ਸਾਫ਼ ਹੋਇਆ ਹੋਵੇ, ਬਿਲਕੁਲ ਨਹੀਂ ਹੋਇਆ। ਕਾਂਗਰਸ ਨੇ ਆਪਣੀ ਸੀਟ ਇੱਕ ਪੱਤੇ ਡਿਕਲੇਅਰ ਕਰਤੇ ਨੇ ਕਿ ਕਰਮਜੀਤ ਕੌਰ, ਮਰਹੂਮ ਸੰਤੋਖ ਚੌਧਰੀ ਉਹਨਾਂ ਦੀ ਪਤਨੀ, ਉਹੀ ਉੱਥੋਂ ਦੀ ਕੈਂਡੀਡੇਟ ਹੋਏਗੀ। ਅਕਾਲੀ ਦਲ ਵੀ ਹਜੇ ਸਰਚ 'ਚ ਹੈ, ਅਕਾਲੀ ਦਲ ਦਾ ਕਿਹੜਾ ਕੈਂਡੀਡੇਟ ਹੋਏਗਾ ਕੁਝ ਨਹੀਂ ਪਤਾ, ਕਿਉਂਕਿ ਰੋਜ਼ ਨਵੇਂ ਨਾਮਾਂ ਦੇ ਉੱਤੇ ਚਰਚਾ ਹੁੰਦੀ ਹੈ, ਗੱਲ ਤੁਰਦੀ ਹੈ, ਫਿਰ ਗੱਲ ਸ਼ਾਮ ਤੱਕ ਆਂਦੇ ਖਤਮ ਵੀ ਹੋ ਜਾਂਦੀ ਹੈ। ਤੇ ਜਲੰਧਰ ਦੀ ਸਟੇਜ ਸੱਜ ਗਈ ਹੈ। 30 ਤਰੀਕ ਤੋਂ ਪਹਿਲੇ ਇਲੈਕਸ਼ਨ ਅਨਾਉਂਸ ਹੋਣ ਦੀ ਕੰਸੋ ਹੈ। ਹੁਣ ਇਹ ਜਦੋਂ ਵੀ ਇਲੈਕਸ਼ਨ ਅਨਾਉਂਸ ਹੁੰਦੇ ਨੇ ਉਸ ਤੋਂ ਪਹਿਲੇ ਆਪਣੇ ਲਾੜੇ ਨੂੰ ਤਿਆਰ ਕਰਨ ਵਾਸਤੇ ਵੱਖਰੀ ਪਾਰਟੀਆਂ ਲੱਗ ਗਈਆਂ। ਤੇ ਇਹ ਹੁਣ ਕਵਾਇਦ ਕਦੋਂ ਖਤਮ ਹੁੰਦੀ ਹੈ? ਵਿਜੇ ਰੂਪਾਨੀ ਉਹਨਾਂ ਅੱਜ ਜਲੰਧਰ ਆ ਰਹੇ ਨੇ ਤੇ ਕੱਲ ਚੰਡੀਗੜ੍ਹ ਜਾਣਗੇ, ਔਰ ਹੋ ਸਕਦਾ ਹੈ ਦੌਰੇ ਦੇ ਵਿੱਚ ਕੋਈ ਨਾਂ ਫਾਈਨਲ ਕਰਕੇ ਜਾਣ। ਹਾਂ, ਇਹ ਤਾਂ ਹੈ ਕਿ ਅਕਾਲੀ ਦਲ ਲਈ ਹੈਵੀਵੇਟ ਕੈਂਡੀਡੇਟ ਤਾਂ ਪਵਨ ਟੀਨੋ ਹੀ ਨੇ, ਉਹ ਅਨਾਉਂਸ ਕਿਉਂ ਨਹੀਂ ਕਰ ਰਹੇ, ਇਸ ਕਰਕੇ ਥੋੜੇ ਸ਼ੱਕ ਸ਼ੁਬੇ ਪੈਦਾ ਹੋਣੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਬੇੜੇ 'ਚ ਟੀਨੋ ਸਾਹਿਬ ਤਾਂ ਨਹੀਂ ਚਲੇ ਜਾਣਗੇ, ਕਿਉਂਕਿ ਸੁਖਬੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਐਲਾਨ ਕਰਨ ਲਈ ਜਾਣੇ ਜਾਂਦੇ ਆ। ਇੱਕ ਵਿਆਹ ਵੀ ਸੀਗਾ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ਪਰਿਵਾਰ 'ਚ, ਉੱਥੇ ਵੀ ਅਕਾਲੀ ਦਲ ਦੀ ਉੱਪਰਲੀ ਲੀਡਰਸ਼ਿਪ ਦੇ ਇੱਕ ਦੋ ਚਿਹਰੇ ਨੇ ਦੇਖੇ ਗਏ ਆ। ਵੇਖਣ ਵਾਲੀ ਗੱਲ ਆ ਕਿ ਕੀ ਆਪਸ ਵਿੱਚ ਤੈਅ ਹੋ ਗਿਆ ਕਿ ਅਕਾਲੀ ਦਲ ਹੀ ਲੜੇਗਾ? ਲਾਸਟ ਮੂਮੈਂਟ ਤੇ ਉਹ ਇਹ ਕਰੀਮਪੁਰੀ ਸਾਹਿਬ ਜਾਂ ਕਿਸੇ ਹੋਰ ਦੇ ਖਾਤੇ 'ਚ ਵੀ ਪਾਈ ਜਾ ਸਕਦੀ ਆ ਵੀ ਉਹ ਲੜ ਲੈਣ, ਵੱਡੇ ਬੰਦੇ ਆ। ਪਰ ਜੇਕਰ ਇਲੈਕਸ਼ਨ ਅਕਾਲੀ ਦਲ ਨੇ ਲੜਨੀ ਸੀ ਤੇ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਪਵਨ ਕੁਮਾਰ ਟੀਨੋ ਐਲਾਨ ਹੋ ਗਏ ਹੋਣੇ ਚਾਹੀਦੇ ਸੀ। ਇਹਦਾ ਮਤਲਬ ਅੰਦਰ ਕੁਝ ਨਾ ਕੁਝ ਧੋਖਾ ਜ਼ਰੂਰ ਆ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਤੇ ਫਿਰ ਤੁਹਾਡੇ ਹਿੱਸੇ ਦਾ ਐਕਸਾਈਜ਼ ਵਾਲਾ ਮਾਮਲਾ ਵੀ ਬੜਾ ਆ। ਹਾਂਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਇਸ ਇਸ਼ੂ ਦੇ ਉੱਤੇ ਜਿਵੇਂ ਅਕਾਲੀ ਦਲ ਤੁਸੀਂ ਠੀਕ ਕਿਹਾ ਕਿ ਉਹ ਸਭ ਤੋਂ ਪਹਿਲਾਂ ਅਨਾਉਂਸ ਕਰਦਾ ਟਿਕਟਾਂ, ਲੇਕਿਨ ਇਸ ਵਾਰੀ ਜੋ ਚੁੱਕ ਗਿਆ, ਉਹਦੇ 'ਚ ਵੱਡਾ ਕਾਰਨ ਇਹ ਹੈਗਾ ਕਿ ਇੱਕ ਤਾਂ ਇਹ ਇਲੈਕਸ਼ਨ ਜਿਹੜੀ ਹੈ ਉਹ ਸਿਰਫ 1 ਸਾਲ ਵਾਸਤੇ ਹੀ ਹੋਣੀ ਹੈ। ਤੁਸੀਂ ਦੇਖੋ ਮਾਰਚ ਆਲਰੇਡੀ ਆ ਗਿਆ, ਜਦ ਤੱਕ ਇਲੈਕਸ਼ਨ ਹੋਏਗੀ ਮਈ ਆ ਹੀ ਜਾਣਾ, ਔਰ ਅਗਲੀ ਮਈ 'ਚ ਨਵੀਂ ਸਰਕਾਰ ਬਣੀ ਹੈ 24, ਯਾਨੀ ਕਿ 1 ਸਾਲ ਵਾਸਤੇ ਬਣਨਾ ਹੈ। ਤੇ ਪਾਰਟੀਆਂ ਦੇ ਵਿੱਚ ਸਭ ਤੋਂ ਵੱਡਾ
ਪਰ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰੈਸਟੀਜੀਅਸ ਹੈ, ਸਾਰਿਆਂ ਧਿਰਾਂ ਦੀ ਜਿਹੜੀ ਉਹ ਸਾਖ ਹੈ ਉਹ ਦਾਅ ਤੇ ਲੱਗੀ ਹੋਈ ਹੈ। ਇਸ ਕਰਕੇ ਕੋਈ ਵੀ ਬੰਦਾ, ਚਾਹੇ ਉਹ ਜਿਹੜੇ ਬਿਲਕੁਲ ਹਾਸ਼ੀਏ ਤੇ ਨੇ, ਉਹ ਇਸ ਗੱਲ ਦੀ ਟਰਾਈ ਕਰ ਰਹੇ ਕਿ ਕਿਸੇ ਤਰ੍ਹਾਂ ਅਸੀਂ ਲੜਾਈ ਦੇ ਪਿੜ ਵਿੱਚ ਆ ਜਾਈਏ। ਦੂਸਰੇ ਸਰਕਾਰਾਂ ਨੇ, ਚਾਹੇ ਉਹ ਸੈਂਟਰ ਗਵਰਨਮੈਂਟ ਹੋਵੇ ਚਾਹੇ ਸਟੇਟ ਗਵਰਨਮੈਂਟ ਹੋਵੇ, ਉਹਨਾਂ ਦੇ ਦੋ ਕੈਂਡੀਡੇਟ ਨੇ। ਬੀਜੇਪੀ ਵਾਲੇ ਤੁਸੀਂ ਹੁਣੀ ਭਾਸਕਰ ਸਾਹਿਬ ਨੇ ਦੱਸ ਹੀ ਦਿੱਤਾ, ਮੈਂ ਉਹਦੇ ਚ ਨਹੀਂ ਜਾਣਾ ਚਾਹੂੰਗਾ। ਆਮ ਆਦਮੀ ਪਾਰਟੀ ਨੂੰ ਹਜੇ ਮਿਲ ਨਹੀਂ ਰਿਹਾ, ਉਹ ਵੀ ਇਸ ਪੱਖੋਂ ਤਾਂ ਕੋਈ ਚੂਕ ਨਹੀਂ ਕਰਨਗੇ ਕਿ ਯਾਰ ਪੈਸੇ ਪੱਖੋਂ ਕੋਈ ਆਪਾਂ ਤੋੜ ਆਣ ਦਈਏ, ਲਗਾ ਦਈਏ। ਲੇਕਿਨ ਅਕਾਲੀ ਦਲ ਨੂੰ ਇਹ ਦਿੱਕਤ ਹੈਗੀ ਹੈ, ਜਾਂ ਕਾਂਗਰਸ ਨੂੰ ਵੀ ਇਹ ਦਿੱਕਤ ਹੈਗੀ ਹੈ ਕਿ 1 ਸਾਲ ਵਾਸਤੇ ਜਿਹੜੀ ਇਲੈਕਸ਼ਨ ਹੋਣੀ ਹੈ ਉਸ ਤੇ ਜਿਹੜਾ 2-4 ਕਰੋੜ ਰੁਪਈਆ ਲੱਗੇਗਾ, ਇਹ ਲਗਾਏਗਾ ਕੌਣ? ਦੇਖੋ, ਇਹ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਸਿਰਫ 1 ਸਾਲ ਵਾਸਤੇ ਇੰਨਾ ਪੈਸਾ ਲੱਗ ਜਾਣਾ ਹੈ। ਇਹ ਬੜੀ ਦਿੱਕਤ ਵਾਲੀ ਗੱਲ ਹੈ। ਮੈਨੂੰ ਲੱਗਦਾ ਕਿ ਹਜੇ ਸ਼ਾਇਦ ਇਸ ਉੱਤੇ ਥੋੜੀ ਜੀ ਕਸ਼ਮਕਸ਼ ਚੱਲ ਰਹੀ ਹੈ ਪਾਰਟੀ ਦੇ ਅੰਦਰ ਕਿ ਇੰਨਾ ਪੈਸਾ ਕੌਣ ਖਰਚ ਕਰੇ। ਇੰਦਰਪ੍ਰੀਤ ਜੀ, ਕਿਆ ਗੱਲ ਕਰਦੇ ਹੋ? ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਦੀ ਕੁਰਸੀ ਦੇ ਥੱਲੇ ਇੱਕ ਹੀ ਆਧਾਰ ਤਾਂ ਸਾਰੀ ਲੀਡਰਸ਼ਿਪ ਰੱਖਦੀ ਹੈ ਵੀ ਇਸ ਵੇਲੇ ਪਾਰਟੀਆਂ ਦੇ ਖਰਚੇ ਬੜੇ ਹੁੰਦੇ ਆ, ਇਸ ਕਰਕੇ ਉਹਨੂੰ ਚਲਾਉਣ ਲਈ ਦੂਜਾ ਕਿਹੜਾ। ਇਸ ਕਰਕੇ ਸੁਖਬੀਰ ਸਿੰਘ ਬਾਦਲ ਕੋਈ ਜ਼ਿੰਮੇਵਾਰੀ ਲੈ ਕੇ ਵੀ ਮੇਰੀ ਪ੍ਰਧਾਨਗੀ ਦੇ ਵਿੱਚ ਹਾਰ ਹੋ ਗਈ, ਇਸ ਕਰਕੇ ਮੈਂ ਉਹਦਾ ਛੱਡਦਾ, ਉਹ ਛੱਡਣ ਨਹੀਂ ਦਿੰਦੇ। ਕਹਿੰਦੇ ਨਾ ਪ੍ਰਧਾਨ ਜੀ, ਤੁਹਾਡੇ ਬਿਨਾਂ ਕਿਸ ਤੋਂ ਚੱਲਣਾ ਹੀ ਨਹੀਂ। ਸੋ ਕਰੋੜ 2 ਕਰੋੜ ਰੁਪਏ ਦੀ ਗੱਲ ਛੋਟੀ ਗੱਲ ਆ। ਲੜਾਈ ਜਦੋਂ ਲੜਨੀ ਹੋਵੇ ਫਿਰ ਦੇਖਿਆ ਨਹੀਂ ਜਾਂਦਾ, ਕਿਉਂਕਿ ਇਹਦੇ ਅਗਲੇ ਬੰਨੇ 24 ਖੜੀ ਹੈ। ਬਾਕੀ ਜਿਹੜੀ ਬੀਜੇਪੀ ਦੀ ਗੱਲ ਤੁਸੀਂ ਕਰ ਰਹੇ ਹੋ, ਜਿਨ੍ਹਾਂ ਕੋਲੇ ਹਜ਼ਾਰਾਂ ਕਰੋੜ ਅਧਿਕਾਰਤ ਤੌਰ ਤੇ ਉਹ ਆ ਗਿਆ ਹੋਵੇ ਫੰਡ ਨੈਸ਼ਨਲ ਲੈਵਲ ਤੇ, ਜਦੋਂ ਅਨਾਉਂਸਮੈਂਟਸ ਹੁੰਦੀਆਂ ਵੀ ਇੱਕ ਹੀ ਪਾਰਟੀ ਨੂੰ ਕਿੰਨਾ 80% ਵਾਂਗ ਮਿਲ ਗਿਆ, ਉਹਨਾਂ ਲਈ ਇੰਨੀ ਛੋਟੀ ਮੋਟੀ ਇਲੈਕਸ਼ਨ ਤੇ ਕੁਝ ਪੈਸੇ ਲਾਉਣੇ ਕਿਹੜੇ ਔਖੇ ਆ। ਹਾਂ ਬਿਲਕੁਲ, ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈ। ਮੈਂ ਇਹੀ ਕਿਹਾ, ਸਟੇਟ ਵਾਸਤੇ ਔਰ ਸੈਂਟਰ ਵਾਸਤੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਹਾਂ, ਤੇ ਫਿਰ ਕਿਉਂਕਿ ਦੇਖੋ ਨਿਯਮ ਤਾਂ ਉਹ ਤੈਅ ਕਰ ਦੇਣਗੇ, ਤੇ ਦੂਜੇ ਤਾਂ ਫਿਰ ਨੱਕ ਦੀ ਲੜਾਈ ਲੜਦੇ ਹੁੰਦੇ ਨਾ, ਜਿੱਦਾਂ ਸਾਡੇ ਪਿੰਡਾਂ ਚ ਆਮ ਕਿਹਾ ਜਾਂਦਾ ਵੀ ਜਿਹੜਾ ਸਹਿੰਦਾ ਉਹ ਤੇ ਤਗੜਾ ਵਿਆਹ ਕਰ ਲੈਂਦਾ, ਤੇ ਜਿਹੜਾ ਮੱਧ ਵਰਗੀ ਸਧਾਰਨ ਕਿਸਾਨ ਹੈ ਉਹ ਕਰਜ਼ਾ ਚੁੱਕ ਕੇ ਫਿਰ ਵਿਆਹ ਕਰਦਾ। ਉਹ ਕਰਜ਼ਾ ਲੈਂਦਾ ਹੈ ਕਿਸੇ ਹੋਰ ਕੰਮ ਲਈ, ਤੇ ਮੁੜ ਕੇ ਉਹ ਕਰ ਲੈਂਦਾ ਵਿਆਹ, ਤੇ ਫਿਰ ਬਾਅਦ ਚ ਪੈਸੇ ਦੇਣੇ ਔਖੇ ਹੋ ਜਾਂਦੇ। ਸੋ ਨੱਕ ਦੇ ਸਵਾਲ ਲਈ ਲੜਨਾ ਹੀ ਪੈਣਾ ਇਹਨਾਂ ਪਾਰਟੀਆਂ ਨੂੰ। ਹੁਣ ਜਾਓ ਤੁਸੀਂ, ਉਹ ਯਾਰ ਸਾਡੇ ਭਾਈ ਭੈਣ ਤੇ ਮੈਂ ਵਾਪਸੀ ਕੱਢ ਲਾਂ ਸ਼ਬਦ, ਵੈਸੇ ਪਤਾ ਲੱਗਿਆ ਕਿ ਅੱਜ ਕੱਲ ਭੈਣਾਂ ਵੀ ਦਾਰੂ ਦੂਰੂ ਦੇ ਪਿੱਛੇ ਘੱਟ ਨਹੀਂ ਗਿਆ, ਪਰ ਆਪਾਂ ਸਾਡੇ ਜਿਹੜੇ ਦਾਰੂ ਦੇ ਸ਼ੌਕੀਨ ਭਾਈ ਭਰਾ ਨੇ, ਉਹਨਾਂ ਨੂੰ ਕਿੰਨੀ ਕੁ ਝਟਕਾ ਆਪਾਂ ਦੇਖ ਰਹੇ ਹਾਂ, ਕਿੰਨਾ ਕੁ ਮਹਿੰਗਾ ਹੋਊ ਜੇ ਸਰਕਾਰ ਨੂੰ 900 ਕਰੋੜ ਵੱਧ ਆਊਗਾ ਸਾਲ ਚ, ਕਿਉਂਕਿ ਜੇ ਕਿਹਦੀ ਜੇਬ ਚੋਂ ਜਾਊਗਾ। ਰੰਧਾਵਾ ਸਾਹਿਬ, ਜਿਹੜਾ ਇਸ ਗਵਰਨਮੈਂਟ ਆਈ ਹੈ, ਉਹਨਾਂ ਦੀ ਦੂਸਰੀ ਪਾਲਿਸੀ ਹੈ ਜਿਹੜੀ ਲਗਾਤਾਰ ਸੈਕਿੰਡ ਉਹ ਲੈ ਕੇ ਆ ਰਹੇ ਹੈ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਕੀਤੀ ਗਈ ਸੀ ਪਿਛਲੇ ਸਾਲ, ਉਹ ਸੀ ਕਿ ਜਿਹੜੀ ਸ਼ਰਾਬ ਦੇ ਰੇਟ ਘਟਾਏ ਗਏ ਸੀ, ਵਧਾਏ ਨਹੀਂ ਸੀ, ਘਟਾਏ ਗਏ ਸੀ, ਤਾਂ ਕਿ ਜਿਹੜੀ ਸਮਗਲਿੰਗ ਹੁੰਦੀ ਹੈ ਚੰਡੀਗੜ੍ਹ ਤੇ ਹਰਿਆਣੇ ਵਾਲੀ ਸਾਈਡ ਤੋਂ, ਦੋਨੋਂ ਸਾਈਡਾਂ ਤੋਂ ਕਾਫੀ ਸਮਗਲਿੰਗ ਹੁੰਦੀ ਹੈ ਪੰਜਾਬ ਦੇ ਵਿੱਚ, ਉਹਨੂੰ ਨਕੇਲ ਪਾਈ ਜਾ ਸਕੇ। ਸੋ ਇਸੇ ਉਹਨਾਂ ਨੂੰ ਜਿਹੜੀ ਇਹ ਨਵੀਂ ਪਾਲਿਸੀ ਆ ਰਹੀ ਹੈ, ਉਹ ਪਹਿਲਾਂ ਜਿਹੜੀ 9600 ਕਰੋੜ ਪਿਛਲੇ ਸਾਲ ਆਂਕਿਆ ਸੀ ਉਹਨਾਂ ਨੇ ਕਿ 9600 ਕਰੋੜ ਆਊਗਾ, ਉਹਨਾਂ ਤਾਂ ਨਹੀਂ ਆਇਆ, 8800 ਸਮਥਿੰਗ ਕਰੋੜ ਦੇ ਆਸ-ਪਾਸ ਉਹਨਾਂ ਨੂੰ ਆਇਆ ਹੈ। ਤਾਂ ਉਸ ਤੋਂ ਉਹ ਕਹਿ ਰਿਹਾ ਕਿ ਸਾਨੂੰ 800 ਕਰੋੜ ਵੱਧ ਆਏਗਾ। ਪਿਛਲੇ ਸਾਲ ਜਿਹੜਾ ਕਲੈਕਟ ਕੀਤਾ, ਯਾਨੀ 31 ਮਾਰਚ ਜਿਹੜੇ ਹੁਣ ਖਤਮ ਹੋਣੀ ਹੈ ਪਰਸੋਂ ਚੌਥੇ, ਉਦੋਂ ਤੱਕ ਜਿਹੜੀ ਕਲੈਕਸ਼ਨ ਆਊਗੀ ਉਸ ਤੋਂ 800 ਕਰੋੜ ਰੁਪਇਆ 898 ਕਰੋੜ ਰੁਪਏ ਜ਼ਿਆਦਾ ਆਣੇ ਹੈ। ਸੋ ਸ਼ਰਾਬ ਮਹਿੰਗੀ ਤਾਂ ਜ਼ਰੂਰ ਹੋਏਗੀ, ਕਿਉਂਕਿ ਇੱਕ ਲਾਇਸੈਂਸ ਵਾਲਾ ਜਿਹੜਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਲਾਇਸੈਂਸ ਫੀਸ ਜਿਹੜੀ ਹੈਗੀ ਹੈ, ਜਿੰਨਾ ਵੱਡੇ ਠੇਕੇਦਾਰਾਂ ਦੀ 25 ਲੱਖ ਪੇਟੀਆਂ ਤੋਂ ਜ਼ਿਆਦਾ ਦੀ ਸੇਲ ਹੈ, ਉਹਨਾਂ ਨੂੰ ਇਹਨਾਂ ਨੇ ਲਾਇਸੈਂਸ ਫੀਸ ਜਿਹੜੀ ਹੈ ਉਹ 5 ਕਰੋੜ ਤੋਂ ਵਧਾ ਕੇ 45 ਕਰੋੜ ਕਰਤੀ ਸੀ। ਇੱਕ ਤਾਂ ਇਹ ਸਰਕਾਰ ਦੇਖ ਰਹੀ ਹੈ ਕਿ ਉਹ ਜਿਹੜੇ ਹੈਗੇ ਆ ਉਸ ਤੋਂ ਸਾਨੂੰ ਪੈਸਾ ਆਏਗਾ, ਪਲੱਸ ਜਿਹੜੀ ਸਮਗਲਿੰਗ ਰੁਕੇਗੀ ਉਹਦੇ ਨਾਲ ਸਾਡੀ ਸ਼ਰਾਬ ਜਿਹੜੀ ਸਟੇਟ ਦੀ ਹੈਗੀ ਆ ਉਹ ਜ਼ਿਆਦਾ ਵਿਕੇਗੀ, ਉਸ ਤੋਂ ਸਾਨੂੰ ਪੈਸਾ ਜ਼ਿਆਦਾ ਆਉਣ ਦੀ ਉਮੀਦ ਹੈਗੀ ਹੈ। ਸੋ ਇਹ ਸਾਰਾ ਕਰਕੇ ਹੈਗਾ, ਇਸ ਕਰਕੇ 70% ਲੋਕਾਂ ਨੇ ਤਾਂ ਆਪਣੇ ਪਿਛਲੇ ਹੀ ਜਿਹੜੇ ਲਾਇਸੈਂਸ ਸੀ ਉਹੀ ਰਿਨਿਊ ਕਰ ਲਏ ਹੈ, ਤੇ ਜੋ ਟੋਟਲ 119 ਦੇ ਕਰੀਬ ਬਣਦੇ ਆ, ਤੇ 40 ਉਹ ਕਹਿ ਰਿਹਾ ਹੋਰ ਮਤਲਬ ਲਗਭਗ ਸੇਲ ਹੋ ਚੁੱਕੇ ਹੈ ਉਹਨਾਂ ਦੀ, ਯਾਨੀ ਕਿ ਲਾਸਟ ਅੰਤਿਮ ਛੂਆਂ ਦਿੱਤੀਆਂ ਜਾ ਰਹੀਆਂ, ਤੇ 19 ਕੁ ਰਹਿ ਗਏ ਆ। ਉਹ ਮੇਰੇ ਖਿਆਲ ਹੈ 31 ਮਾਰਚ ਤੋਂ ਪਹਿਲਾਂ ਜੋ ਇਹ ਕਹਿ ਰਿਹਾ ਕਿ ਉਹ ਵੀ ਕਰ ਦਿੱਤੇ ਜਾਣਗੇ, ਤੇ ਇਸ ਵਾਰ ਸਾਨੂੰ 9750 ਕਰੋੜ ਰੁਪਇਆ ਐਕਸਾਈਜ਼ ਦੀ ਇਹ ਜਿਹੜੀ ਮਦ ਹੈ ਇਸ ਤੋਂ ਆਉਣ ਦੀ ਉਮੀਦ ਹੈਗੀ। ਇਹ ਤਾਂ ਅੰਕੜੇ ਆ। ਮੈਂ ਤਾਂ ਕਹਿੰਦਾ ਕਿ ਜਿਹੜੇ ਸ਼ਰੀਕ ਨੇ ਕਿੱਥੇ ਜੀਣ ਦਿੰਦੇ ਹੁੰਦੇ ਆ,
ਚੰਡੀਗੜ੍ਹ ਦੇ ਵਿੱਚ ਕੱਲ ਠੇਕਿਆਂ ਦੀ ਰਹਿੰਦੇ ਠੇਕਿਆਂ ਦੀ ਨਿਲਾਮੀ ਸੀ, ਕੋਈ ਲੈਣ ਹੀ ਨਹੀਂ ਆਇਆ। ਉਹ ਕਹਿੰਦੇ ਪਹਿਲਾਂ ਤਾਂ ਦੇਖੋ ਤੁਹਾਡੀ ਪੁਲਿਸ, ਹੁਣ ਪੁਲਿਸ ਨੂੰ ਵੀ ਉੱਥੇ ਕਟਹਿਰੇ 'ਚ ਖੜਾ ਕੀਤਾ ਹੋਇਆ ਪ੍ਰਸ਼ਾਸਨ ਨੇ। ਕਹਿੰਦੇ ਪੁਲਿਸ ਜਿਹੜੀ ਆ ਇਹ ਪਹਿਲਾਂ ਤੇ ਕਾਰਾਂ ਦੇ ਵਿੱਚ ਸ਼ਰਾਬ ਨਹੀਂ ਪੀਣ ਦਿੰਦੀ, ਦੇ ਚਲਾਨ ਤੇ ਚਲਾਨ ਐਵੇਂ ਫੜੀ ਜਾਊਗੀ, ਤੇ ਅਸੀਂ ਫਿਰ ਠੇਕੇ ਕਿਹੜੇ ਆਸ ਤੇ ਲੈਣੇ ਆ। ਕੋਈ ਬਾਹਰ ਘੁੰਮਦਾ ਪੀਣ ਦੀ ਬਜਾਏ ਉਹ ਕਹਿੰਦਾ ਪਰੇ ਪੰਚਕੂਲੇ ਨੂੰ ਨਿਕਲ ਜਾਓ ਜਾਂ ਮੋਹਾਲੀ ਨੂੰ ਚੱਲ ਜਾਓ, ਆਊਟਰ ਸਕਰਟਸ ਦੇ ਵਿੱਚ ਚਲੇ ਜਾਓ, ਨਿਊ ਚੰਡੀਗੜ੍ਹ ਵੱਲ ਨੂੰ ਗੇੜਾ ਗੂੜਾ ਮਾਰੋ। ਸੋ ਤੁਸੀਂ ਜਿਹੜਾ ਹੁਣ ਜੇ ਸਾਡੇ ਗਵਾਂਢੀ ਸੂਬੇ ਦੀ ਸ਼ਰਾਬ ਸਾਡੇ ਨਾਲੋਂ ਸਸਤੀ, ਚੰਡੀਗੜ੍ਹੀਏ ਕਹਿੰਦੇ ਆ ਠੇਕਿਆਂ ਵਾਲੇ, ਅਗਲੇ ਲੈਂਦੇ ਵੀ ਉੱਥੋਂ, ਪੀ ਕੇ ਵੀ ਉੱਥੇ ਆਉਂਦੇ ਮਜ਼ੇ ਨਾਲ, ਨਾਲੇ ਮੁਰਗੇ ਦੀਆਂ ਲੱਤਾਂ ਨੂੰ ਮਰੋੜਾ ਦੇ ਕੇ ਆਉਂਦੇ। ਭਾਸਕਰ ਸਾਹਿਬ ਇੱਥੇ ਨਾ ਕੁਝ ਕਹਿਣ, ਗੱਲ ਜੀ ਬਣਦੀ ਨਹੀਂ। ਪੰਜਾਬ ਵਾਲਿਆਂ ਵਕਤ ਨੂੰ ਫੜ ਲਿਆ ਸਾਰਿਆਂ ਨੂੰ, ਕੀ ਕਹਿੰਦੇ ਹੋ? ਰੰਧਾਵਾ ਜੀ, ਜਦੋਂ ਤੋਂ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ, ਇੱਕ ਮੈਸੇਜ ਦਿੱਤਾ ਗਿਆ ਹੈ ਵੀ ਹੁਣ ਸ਼ਰਾਬ ਸਸਤੀ ਹੋ ਜੂਗੀ। ਹਜੇ ਵੀ ਜ਼ਿਆਦਾ ਅਸੀਂ ਗੱਲ ਕਰ ਰਹੇ ਹਾਂ ਉਸ ਰਿਨਿਊ ਕਰਨ ਦੀ, ਠੇਕੇ ਰਿਨਿਊ ਹੋ ਗਏ, ਸਰਕਾਰ 900 ਕਰੋੜ ਰੁਪਏ ਵੱਧ ਭਾਲ ਰਹੀ ਹੈ, ਪਰ ਨਾਲ ਦੇ ਨਾਲ ਇੱਕ ਹਲਕੀ ਜਿਹੀ ਲਾਈਨ ਇਹ ਵੀ ਆ ਜਾਂਦੀ ਹੈ ਵੀ ਸ਼ਰਾਬ ਮਹਿੰਗੀ ਹੋ ਸਕਦੀ ਹੈ। ਦੱਸੋ ਸਾਡਾ ਕੀ ਕਸੂਰ? ਸਾਡਾ ਮਤਲਬ ਪੰਜਾਬੀਆਂ ਦਾ ਕੀ ਕਸੂਰ? ਠੀਕ ਹੈ ਤੁਸੀਂ ਕਮਾਓ ਪੈਸੇ, ਸਾਨੂੰ ਖੁਸ਼ੀ ਹੁੰਦੀ ਹੈ ਸਰਕਾਰ ਪੈਸੇ ਕਮਾਉਂਦੀ ਹੈ, ਪਰ ਨਾਲ ਦੇ ਨਾਲ ਤੁਸੀਂ ਸ਼ਰਾਬ ਸਸਤੀ ਕਰਨ ਦਾ ਵੀ ਇੱਕ ਵਾਅਦਾ ਕੀਤਾ ਸੀਗਾ। ਭਗਵੰਤ ਮਾਨ ਉਹਨਾਂ ਤੇ ਆਪ ਇਸ ਹਾਲਾਤ ਤੋਂ ਵਾਕਫ ਹੈਗੇ ਨੇ, ਪਰ ਇਦਾਂ ਦੇ ਹਾਲਾਤ ਦੇ ਵਿੱਚ 1 ਅਪ੍ਰੈਲ ਤੋਂ ਪਿੱਛੇ ਖਬਰ ਜੀ ਆਈ ਸੀ ਵੀ ਸ਼ਰਾਬ ਪੰਜਾਬ ਦੇ ਵਿੱਚ ਬਹੁਤ ਸਸਤੀ ਹੋ ਜਾਏਗੀ। ਹੁਣ ਨਾਲ ਦੇ ਨਾਲ ਖਬਰਾਂ ਆਉਣ ਲੱਗੀ ਵੀ ਮਹਿੰਗੀ ਹੋ ਜਾਏਗੀ। ਸਾਨੂੰ ਤਾਂ ਸਮਝ ਨਹੀਂ ਆਉਂਦਾ, ਸਰਕਾਰ ਕਮਾਏ ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਘੱਟ ਤੋਂ ਘੱਟ ਇਹ ਸ਼ਰਾਬ ਸਸਤੀ ਕਰੇ। ਪਰ ਦੇਖੋ ਹੁਣ ਚੰਡੀਗੜ੍ਹ ਤੋਂ ਲੋਕੀ ਫੇਰ, ਹੁਣੇ ਪਿੱਛੇ ਚੰਡੀਗੜ੍ਹ ਦੇ ਠੇਕੇ ਨਾ ਸੁੰਨੇ ਪੈ ਗਏ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਹੀ ਕੰਮ ਹੋ ਜਾਂਦਾ ਸੀਗਾ, ਪਰ ਹੁਣ ਫੇਰ ਚੰਡੀਗੜ੍ਹ ਵੱਲ ਲੋਕੀ ਚੱਕਰ ਲਾਣੇ ਸ਼ੁਰੂ ਕਰ ਦੇਣਗੇ। ਪਰ ਚੰਡੀਗੜ੍ਹੀ ਵਾਲੇ ਵੀ ਨਹੀਂ, ਉਹ ਵੀ ਨਹੀਂ ਠੇਕੇ ਲੈ ਰਹੇ। ਉਹ ਕਹਿੰਦੇ ਨੇ ਸਾਨੂੰ ਪੰਜਾਬ ਕਰਕੇ ਨੁਕਸਾਨ ਬਹੁਤ ਹੋਇਆ। ਇਸ ਸਾਰੇ ਭੰਬਲ ਭੂਸੇ ਤੋਂ ਕੱਢੋ ਤੇ ਸ਼ਰਾਬ ਸਸਤੀ ਕਰੋ, ਪੈਸੇ ਸਰਕਾਰ ਜਿੰਨੇ ਮਰਜ਼ੀ ਕਮਾਏ। ਆ ਤੁਹਾਡਾ ਮਤਲਬ ਹੈ ਕਿ ਸਰਕਾਰ ਨੂੰ ਚਾਹੀਦਾ ਵੀ ਜਿੱਦਾਂ ਰਾਸ਼ਨ ਘਰ ਘਰ ਏਦਾਂ ਦਾਰੂ ਘਰ ਘਰ, ਇਹ ਵੀ ਇੰਤਜ਼ਾਮ ਹੋਣਾ ਚਾਹੀਦਾ। ਦੇਖੋ ਜੇ ਕੱਲ ਨੂੰ ਵੋਟਾਂ ਲੈਣੀਆਂ, ਕੰਟਰੋਲ ਰੇਟ ਤੇ ਦਾਰੂ ਪੁੱਜਦੀ ਕਰੋ ਥਾਂ ਥਾਂ ਜਿੱਥੇ ਲੋੜੀਂਦੀ ਹੈ, ਨਾਲੇ ਰੈਵਨਿਊ ਕਮਾਓ, ਨਾਲੇ ਬੱਲੇ ਬੱਲੇ। ਵੈਸੇ ਭਗਵੰਤ ਮਾਨ ਜੀ ਨੂੰ ਤਾਂ ਚਾਹੀਦਾ ਕਿ ਉਹ ਕੋਈ ਏਦਾਂ ਦੀ ਨੀਤੀ ਲਿਆਉਣ ਜਿੱਦਾਂ ਢੋਲ ਵੱਜਦਾ ਰਹੇ, ਕੋਈ ਵੱਖਰਾ ਤੇ ਕਰੋ। ਉਹ ਜਿਹੜੀਆਂ ਉਹੀ ਪੁਰਾਣੀਆਂ ਗੱਲਾਂ, 500 ਕਰੋੜ ਵੱਧ ਆਉਣਾ, 700 ਆਉਂਦਾ ਬਾਅਦ ਚ ਕੁਝ ਹੈ ਨਹੀਂ। ਕਦੇ ਖਜ਼ਾਨੇ ਦੇ ਵਿੱਚ ਵੱਧ ਪੈਸੇ ਆਏ ਹੋਣ, ਕੁਝ ਕਰਜ਼ਾ ਉਤਰਿਆ ਹੋਵੇ, ਇੰਜ ਲੱਗਿਆ ਨਹੀਂ। ਬਾਕੀ ਰੰਧਾਵਾ ਜੀ, ਜਦ ਇਲੈਕਸ਼ਨ ਦਾ ਕੈਂਪੇਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਇੱਕ ਖਬਰ ਫੈਲਾਤੀ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸ਼ਰਾਬ ਬਹੁਤ ਸਸਤੀ ਕਰਤੀ, 1 ਦੇ ਨਾਲ 1 ਫ੍ਰੀ, ਔਰ ਜਿੰਨੀ ਮਰਜ਼ੀ ਲਾਓ। ਉਸ ਗੱਲ ਦਾ ਅਸਰ ਇੰਨਾ ਕੁ ਹੋਇਆ ਕਿ ਪੰਜਾਬ ਦੇ ਵਿੱਚ 92 MLA ਜਿੱਤ ਗਏ। ਤੇ ਹੁਣ ਉਸ ਗੱਲ ਨੂੰ ਹੀ ਜੇ ਇਹ ਸਰਕਾਰ ਨਕਾਰਦੀ ਰਹੇਗੀ ਤੇ ਘੱਟ ਤੋਂ ਘੱਟ ਉਸ ਫੈਕਟਰ ਨੂੰ ਤੇ ਯਾਦ ਕਰ ਲੈਣ ਕਿ ਭਾਵੇਂ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਵਾਸਤੇ ਇਹ ਕੈਂਪੇਨ ਚਲਾਇਆ ਸੀਗਾ, ਪਰ ਇਹ ਕੈਂਪੇਨ ਐਂਟੀ ਕੈਂਪੇਨ 92 MLA ਜਿਤਾ ਗਿਆ। ਇਹਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਆਮ ਆਦਮੀ ਪਾਰਟੀ ਦੀ 92 ਸੀਟਾਂ ਆਉਣ ਦਾ। ਇਹ ਗੱਲ ਸਰਕਾਰ ਨੂੰ ਭੁੱਲਣੀ ਨਹੀਂ ਚਾਹੀਦੀ। ਅਗਲੇ ਵੀ ਇਲੈਕਸ਼ਨ ਲੜਨੇ, ਜਿਮੀ ਚੋਣ ਵੀ ਆ ਰਹੀ ਹੈ, ਤੇ ਤੁਸੀਂ ਸ਼ਰਾਬ ਮਹਿੰਗੀ ਦੀ ਗੱਲਾਂ ਕਰ ਰਹੇ ਹੋ, ਇਹਦਾ ਕਿਤੇ ਨੁਕਸਾਨ ਨਾ ਹੋ ਜਾਏ। ਨਹੀਂ, ਹਾਸੇ ਠੱਠੇ ਚ ਸਾਰੀਆਂ ਗੱਲਾਂ, ਪਰ ਮੈਂ ਤੁਹਾਨੂੰ ਦੱਸਾਂ ਭਾਸਕਰ ਸਾਹਿਬ, ਘੱਟੋ ਘੱਟ ਤੁਸੀਂ ਤੇ ਅਗਲੇ 1.5 ਮਹੀਨੇ ਤੱਕ ਬਿਲਕੁਲ ਮਹਿੰਗੀ ਸ਼ਰਾਬ ਨਹੀਂ ਪੀਓਗੇ। ਜਲੰਧਰ ਦੇ ਵਿੱਚ ਨਹੀਂ ਹੁੰਦੀ, ਜਲੰਧਰ ਦੇ ਠੇਕਿਆਂ ਤੇ ਪੂਰੀ ਨਜ਼ਰ ਰਹਿਣੀ, ਤੇ ਉਹ ਗਵਾਂਢੀ ਜਿਹੜੇ ਨਾਲ ਦੇ ਜ਼ਿਲ੍ਹੇ ਉਹਨਾਂ ਚੋਂ ਵੀ ਲੋਕਾਂ ਨੇ ਕਿਹਾ ਕਰਨਾ ਉੱਥੋਂ ਫੜ ਲਿਆਓ 2 ਬੋਤਲਾਂ, 2-4 ਦਿਨ ਲੰਘ ਜਾਣਗੇ ਸੌਖੇ। ਖੈਰ ਆਪਾਂ ਇੱਥੇ ਨਹੀਂ ਜਾਂਦੇ। ਤੁਸੀਂ ਕਹੋਗੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਲਈ ਬਹੁਤ, ਕਿਉਂਕਿ ਹਰੇਕ ਕਿਸੇ ਹੋਰ ਭੈੜੇ ਨਸ਼ੇ ਦੀ ਸ਼ੁਰੂਆਤ ਆ ਬੀਅਰ ਵਰਗੇ ਨਸ਼ੇ ਤੋਂ। ਜਦੋਂ ਬੱਚੇ ਪਹਿਲੀ ਵਾਰੀ ਕਹਿੰਦੇ ਨਾ ਘੁੱਟ ਲਾ ਕੇ ਤਾਂ ਦੇਖ, ਫਿਰ ਉਸ ਤੋਂ ਅਗਲਾ ਨਸ਼ਾ, ਉਸ ਤੋਂ ਅਗਲਾ ਨਸ਼ਾ। ਕਈ ਵਾਰੀ ਸਾਡੇ ਹਾਸੇ ਠੱਠੇ ਦੇ ਥੱਲੇ ਸਾਡੇ ਦਰਦ ਵੀ ਛੁਪੇ ਹੁੰਦੇ ਆ। ਸਾਡੀਆਂ ਸਰਕਾਰਾਂ ਨੇ ਰੈਵਨਿਊ ਕਮਾਉਣ ਦਾ ਤਰੀਕਾ ਵੀ ਕੀ ਹੈ, ਲੋਕਾਂ ਨੂੰ ਨਸ਼ਿਆਂ ਤੇ ਲਾ ਕੇ ਪੈਸੇ ਕਮਾਓ। ਇਹ ਕੋਈ ਗੱਲ ਆ ਯਾਰ ਕਰਨ ਵਾਲੀ। ਚਲੋ ਆਪਾਂ ਹੁਣ ਇੱਥੇ ਨਹੀਂ ਜਾਂਦੇ, ਆਪਾਂ ਚੱਲਦੇ ਹਾਂ ਭਾਸਕਰ ਸਾਹਿਬ ਆਖਰੀ ਖਬਰ ਤੇ। ਰਾਹੁਲ ਗਾਂਧੀ ਵਾਲੀ ਖਬਰ ਆ, ਔਰ ਰਾਹੁਲ ਗਾਂਧੀ ਵਰਗੇ ਕੇਸ ਦਾ, ਇਹੋ ਜਿਹੇ ਇੱਕ ਕੇਸ ਦਾ ਜਿਹੜਾ ਅੱਜ ਟਰਾਇਲ ਦੇਖਣ ਨੂੰ ਮਿਲੂਗਾ ਸੁਪਰੀਮ ਕੋਰਟ ਦੇ ਵਿੱਚ, ਲਕਸ਼ਦੀਪ ਦੇ ਉਸ MP ਦਾ ਜਿਸ MP ਦੀ ਸਜ਼ਾ ਹੋਣ ਕਰਕੇ ਮੈਂਬਰੀ ਰੱਦ ਕਰਤੀ ਗਈ, ਅਯੋਗ ਕਰਾਰ ਦਿੱਤਾ ਗਿਆ। ਬਾਅਦ ਚ ਉਹਦੀ ਸਜ਼ਾ ਸਟੇ ਹੋ ਗਈ, ਲੇਕਿਨ ਉਹਦੀ ਮੈਂਬਰੀ ਅਜੇ ਉਹਨੂੰ ਵਾਪਸ ਨਹੀਂ ਮਿਲੀ ਤੇ ਉਹ ਸੁਪਰੀਮ ਕੋਰਟ ਚ। ਇਸ ਗੱਲ ਨੂੰ ਅੱਗੇ ਤੋਰ ਦਿਓ, ਨਾਲੇ ਰਾਹੁਲ ਗਾਂਧੀ ਵਾਲਾ ਮਾਮਲਾ ਵੀ ਹਲਕਾ ਜਿਹਾ ਟੱਚ ਕਰ ਦਿਓ, ਦੂਰ ਬੜਾ ਨਿਕਲ ਆਇਆ। ਰਾਹੁਲ ਗਾਂਧੀ ਦੇ ਮਾਮਲੇ ਦੇ ਵਿੱਚ ਕੱਲ ਦੋਨੋਂ ਸਦਨ ਯਾਨੀ ਰਾਜ ਸਭਾ ਹੋਏ ਜਾਂ ਲੋਕ ਸਭਾ ਹੋਏ, ਉਹਦੇ ਵਿੱਚ ਹੰਗਾਮਾ ਹੁੰਦਾ ਰਿਹਾ। ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਨੇ ਇੱਕ ਮੀਟਿੰਗ ਬੁਲਾਈ, ਉਹਦੇ ਵਿੱਚ ਤਕਰੀਬਨ ਸਾਰੀ ਵਿਰੋਧੀ ਪਾਰਟੀਆਂ ਆਈਆਂ ਜੀ। TMC ਦੇ ਉੱਤੇ ਹਮੇਸ਼ਾ ਡਾਊਟ ਹੁੰਦਾ ਹੈ ਕਿ ਬਈ ਤ੍ਰਿਣਮੂਲ ਕਾਂਗਰਸ ਦੇ MPs ਖੜਗੇ ਸਾਹਿਬ ਦੀ ਮੀਟਿੰਗ 'ਚ ਆਉਣਗੇ ਕਿ ਨਹੀਂ ਆਉਣਗੇ, ਪਰ ਉਹ ਤੇ ਆਏ।
ਨਾਲ ਦੇ ਨਾਲ ਨਾਰਾਜ਼ ਕੌਣ ਹੋ ਗਏ? ਸ਼ਿਵ ਸੈਨਾ ਵਾਲੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਇਹ ਗੱਲ ਕਹਿਤੀ ਸੀ ਕਿ ਮੈਂ ਸਾਵਰਕਰ ਨਹੀਂ, ਗਾਂਧੀ ਹੂੰ, ਤੇ ਗਾਂਧੀ ਕਦੀ ਮਾਫੀ ਨਹੀਂ ਮੰਗਦਾ। ਇਸ ਗੱਲ ਨੂੰ ਉद्धਵ ਠਾਕਰੇ ਉਹਨਾਂ ਨੇ ਮਾਈਂਡ ਕਰ ਲਿਆ। ਉਹਨਾਂ ਨੇ ਕਿਹਾ ਰਾਹੁਲ ਜੀ ਥੋੜਾ ਸੰਭਲ ਕੇ ਬੋਲੋ, ਇਹ ਤੁਹਾਨੂੰ ਪ੍ਰੋਵੋਕ ਕਰਦੇ ਨੇ, ਤੁਸੀਂ ਪ੍ਰੋਵੋਕ ਹੋ ਜਾਂਦੇ ਹੋ। ਇਹ ਵੀ ਜਦ ਬੱਚੇ ਨੂੰ ਸਮਝਾਉਂਦੇ ਨੇ ਚੰਗੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਉद्धਵ ਠਾਕਰੇ ਨੇ ਕੀਤੀ ਹੈ। ਉਹਨਾਂ ਨੇ ਸਿੱਧੇ ਤੌਰ ਤੇ ਰਾਹੁਲ ਗਾਂਧੀ ਉਹਨਾਂ ਦੇ ਉਸ ਬਿਆਨ ਤੋਂ ਕਿਨਾਰਾ ਤੇ ਨਹੀਂ ਕੀਤਾ, ਪਰ ਨਾਲ ਦੇ ਨਾਲ ਇਹ ਜ਼ਰੂਰ ਕਿਹਾ ਕਿ ਇਹਨਾਂ ਨੇ ਪ੍ਰੋਵੋਕ ਕੀਤਾ ਭਾਜਪਾ ਵਾਲਿਆਂ ਨੇ, ਤੇ ਤੁਸੀਂ ਪ੍ਰੋਵੋਕ ਹੋ ਕੇ ਪ੍ਰੋਵੋਕ ਨਾ ਹੋਇਆ ਕਰੋ। ਕੱਲ ਬੰਗਲਾ ਖਾਲੀ ਕਰਨ ਦਾ ਵੀ ਨੋਟਿਸ ਉਹ ਰਾਹੁਲ ਗਾਂਧੀ ਉਹਨਾਂ ਨੂੰ ਚਲਾ ਗਿਆ। ਤੁਗਲਕ ਰੋਡ ਦੇ ਉੱਤੇ ਬੜਾ ਇੱਕ ਆਲੀਸ਼ਾਨ ਬੰਗਲਾ ਰਾਹੁਲ ਗਾਂਧੀ ਨੂੰ ਮਿਲਿਆ ਹੋਇਆ, ਭਾਵੇਂ ਭੈਣ ਭਰਾ ਤੇ ਮਾਂ ਤਿੰਨੋਂ ਇੱਕ ਪਰਿਵਾਰ ਦੇ ਹੀ ਮੈਂਬਰ ਹੈਗੇ ਨੇ, ਪਰ ਰਹਿੰਦੇ ਵੱਖਰੇ ਵੱਖਰੇ ਨੇ, ਸਾਰਿਆਂ ਨੂੰ ਆਪਣਾ ਵੱਖਰਾ ਘਰ ਮਿਲਿਆ ਹੋਇਆ, ਤੇ ਉਹ ਬੰਗਲਾ ਖਾਲੀ ਕਰਨ ਦਾ ਵੀ ਨੋਟਿਸ ਦੇ ਦਿੱਤਾ ਗਿਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਮੁਹੰਮਦ ਫੈਜ਼ਲ ਲਕਸ਼ਦੀਪ ਦੇ ਐਮਪੀ ਹੁੰਦੇ ਸੀ, ਰਾਹੁਲ ਗਾਂਧੀ ਦੀ ਤਰਜ਼ 23 ਜਨਵਰੀ 11 ਨੂੰ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਸੀ, ਕਿਉਂਕਿ ਉਹਨਾਂ ਨੂੰ ਲੋਅਰ ਕੋਰਟ ਨੇ 10 ਸਾਲ ਦੀ ਸਜ਼ਾ ਦੇ ਦਿੱਤੀ ਸੀ ਕੇਸ ਦੇ ਵਿੱਚ। ਤੇ 25 ਜਨਵਰੀ ਨੂੰ ਉਹ ਆਪਣੀ ਸਜ਼ਾ ਦੇ ਉੱਤੇ ਸਟੇ ਲੈ ਕੇ ਜਦ ਦੁਬਾਰਾ ਲੋਕ ਸਭਾ ਦੇ ਸੈਕਟਰੀਏਟ 'ਚ ਗਏ, ਤੇ ਉੱਥੋਂ ਫਿਲਹਾਲ ਤੇ ਹਜੇ ਚੱਕਰ ਲਵਾਏ ਜਾ ਰਹੇ ਨੇ। ਇਹ ਵੀ ਗੱਲ ਅੱਗੇ ਤੁਰ ਰਹੀ ਹੈ ਕਿ ਮੁਹੰਮਦ ਫੈਜ਼ਲ ਦਾ ਕੇਸ ਰਾਹੁਲ ਗਾਂਧੀ ਦੇ ਕੇਸ ਦੇ ਵਿੱਚ ਇੱਕ ਐਗਜ਼ਾਮਪਲ ਅੱਗੇ ਚੱਲ ਕੇ ਬਣ ਸਕਦਾ ਹੈ। ਕਾਰਨ ਜੇ ਮੁਹੰਮਦ ਫੈਜ਼ਲ ਦੀ ਡਿਸਕੁਆਲੀਫਿਕੇਸ਼ਨ ਰਿਵੋਕ ਨਹੀਂ ਹੁੰਦੀ, ਹਟਾਈ ਨਹੀਂ ਜਾਂਦੀ, ਤੇ ਫਿਰ ਰਾਹੁਲ ਗਾਂਧੀ ਵਾਸਤੇ ਵੀ ਉਹੀ ਔਕੜਾਂ ਅੱਗੇ ਚੱਲ ਕੇ ਖੜੀ ਹੋ ਸਕਦੀ ਹੈ। ਪਰ ਰਾਹੁਲ ਗਾਂਧੀ ਦੇ ਮੁੱਦੇ ਦੇ ਉੱਤੇ ਫਿਲਹਾਲ ਕਾਂਗਰਸ ਡਟ ਕੇ ਕੈਂਪੇਨ ਕਰ ਰਹੀ ਹੈ, ਔਰ ਕਿਸੇ ਵੀ ਤਰੀਕੇ ਨਾਲ ਇਸ ਮੁੱਦੇ ਨੂੰ ਜੋ, ਕਿਉਂਕਿ ਰਾਹੁਲ ਗਾਂਧੀ ਉਹਨਾਂ ਨੇ ਆਪ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀ ਕਿ ਇਹ ਸਾਡੇ ਵਾਸਤੇ ਇੱਕ ਸਪੈਸ਼ਲ ਗਿਫਟ ਹੈ, ਤੇ ਇਸ ਤਰੀਕੇ ਨਾਲ ਅਸੀਂ ਕਾਂਗਰਸ ਨੂੰ, ਰਾਹੁਲ ਗਾਂਧੀ ਨੂੰ ਦੁਬਾਰਾ ਰਾਜਨੀਤਿਕ ਤੌਰ ਤੇ ਸਿਖਰ ਤੇ ਲੈ ਕੇ ਜਾਵਾਂਗੇ, ਔਰ ਕੋਸ਼ਿਸ਼ ਹੋ ਰਹੀ ਹੈ। ਇੰਦਰਪ੍ਰੀਤ ਜੀ, ਵੈਸੇ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ ਕਿ ਇੰਦਰਪ੍ਰੀਤ ਜੀ ਜਾਗਰਣ ਦੇ ਬਿਊਰੋ ਚੀਫ ਨੇ ਚੰਡੀਗੜ੍ਹ ਤੋਂ, ਔਰ ਕਈ ਵਾਰੀ ਪੱਤਰਕਾਰਤਾ ਦੇ ਵਿੱਚ ਕੁਝ ਕ੍ਰੀਏਟਿਵ ਵੀ ਕਰਦੇ ਰਹਿਣ ਦਾ ਮਨ ਹੁੰਦਾ, ਖਬਰ ਬਣਾ ਵੀ ਲਈ ਜਾਂਦੀ। ਖਬਰ ਕਿਵੇਂ ਬਣਾਈ ਜਾਂਦੀ? ਕੱਲ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਸਵਾਲ ਪੁੱਛਣ ਲਈ ਆਪਣੇ ਕਿਸੇ ਕੁਲੀਗ ਨੂੰ ਕਿਹਾ ਕਿ ਘੱਟੋ ਘੱਟ CBI ਨੂੰ ਤਗੜਾ ਕੀਤਾ ਜਾ ਰਿਹਾ, ਜਿਨ੍ਹਾਂ ਸਟੇਟਾਂ ਨੇ ਇਹਨੂੰ ਨਾ ਕੀਤੀ ਹੋਈ ਆ ਉਹਨਾਂ ਸਟੇਟਾਂ ਤੋਂ ਵੀ ਇਹ ਹੱਕ ਖੋਇਆ ਜਾ ਸਕਦਾ, ਮਤਲਬ ਮੈਂ ਇਨਵਰਟਡ ਕੋਮਾ ਚ ਕਹਿ ਰਿਹਾ, ਤੇ ਉਹ ਸਾਡੇ ਮੁੱਖ ਮੰਤਰੀ ਉੱਤੇ ਰਿਐਕਟ ਕਰਦੇ ਆ। ਹੁਣ ਇੰਦਰਪ੍ਰੀਤ ਜੀ ਆਪ ਹੀ ਦੱਸਣ ਵੀ ਇਹਨਾਂ ਨੇ ਜਿਹੜੇ ਇਹ ਖਬਰ ਜਾਂ ਇਹ ਪ੍ਰਤੀਕਰਮ ਮੁੱਖ ਮੰਤਰੀ ਸਾਹਿਬ ਤੋਂ ਆਪਣੇ ਪੱਤਰਕਾਰ ਦੇ ਜ਼ਰੀਏ ਲਿਆ, ਇਹ ਕਿਵੇਂ ਦੱਸ? ਰੰਧਾਵਾ ਸਾਹਿਬ, ਇਸ ਇਸ਼ੂ ਦੇ ਉੱਤੇ ਮਤਲਬ ਸਿਰਫ ਇਹੀ ਚੱਲ ਰਹੀ ਸੀ ਕਿ ਇਹਦੇ 'ਚ ਫਿਰ ਨਵਾਂ ਕੀ ਹੈ। ਮਤਲਬ ਜਿਹੜੀ ਸਟੈਂਡਿੰਗ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਹੈ, ਉਹਨੇ ਤਾਂ ਕਿਹਾ ਕਿ ਵੀ ਜਿਹੜੇ CBI ਦੀ ਐਸਟੈਬਲਿਸ਼ਮੈਂਟ ਵਾਲਾ ਜਿਹੜਾ ਐਕਟ ਹੈ, ਉਹਦੇ 'ਚ ਫੇਰ ਬਦਲ ਕਰਨ ਦੀ ਲੋੜ ਹੈ ਸਮੇਂ ਦੇ ਅਨੁਸਾਰ, ਕਿਉਂਕਿ CBI ਨੂੰ ਤਾਂ ਕਿਤੇ ਵੀ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਪਰ ਕਿਉਂਕਿ ਪਿਛਲੇ ਵਾਰ ਪਹਿਲਾਂ ਇਹ ਸਹਿਮਤੀ ਸੀ, ਇਹ ਜਨਰਲ ਸਹਿਮਤੀ ਇੱਕ ਦਿੱਤੀ ਹੋਈ ਸੀ ਲਗਭਗ ਸਾਰੀਆਂ ਸਟੇਟਾਂ ਨੇ, ਪਰ ਜਦੋਂ ਫਿਰ ਇਹ ਹੁੰਦਾ ਕਿ CBI ਕੁਝ ਉੱਥੇ ਜਿੱਥੇ BJP ਦੀ ਜਾਂ ਜਿਹੜੀ ਵੀ ਸਰਕਾਰ ਸੈਂਟਰ ਗਵਰਨਮੈਂਟ 'ਚ ਹੈਗੀ, ਉਸ ਤੋਂ ਉਲਟ ਪਾਰਟੀ ਦੀਆਂ ਸਟੇਟਾਂ ਦੇ ਵਿੱਚ ਜਾ ਕੇ ਨਜਾਇਜ਼ ਕਰਨ ਲੱਗ ਜਾਂਦੀ ਹੈ, ਤਾਂ ਸਟੇਟਾਂ ਨੇ ਫਿਰ ਇੱਕ ਹਥਿਆਰ ਦੇ ਰੂਪ 'ਚ ਇਹਨੂੰ ਇਸਤੇਮਾਲ ਕੀਤਾ, ਤੇ ਇਹ ਸਹਿਮਤੀ 9 ਸਟੇਟਾਂ ਨੇ ਵਾਪਸ ਲੈ ਲਈ। ਤਾਂ ਉਸ ਤੇ ਹੀ ਇਹ ਸੀ ਕਿ ਪੰਜਾਬ ਨੇ ਤਾਂ ਪਿਛਲੇ ਸਾਲੇ ਵਾਪਸ ਲੈ ਲਈ ਸੀ, ਤੇ ਹੁਣ ਜਦੋਂ ਇਹ ਨਵਾਂ ਸਟੈਂਡਿੰਗ ਕਮੇਟੀ ਨੇ ਆਪਣੀ ਇੱਕ ਰਿਪੋਰਟ ਦਿੱਤੀ ਹੈ ਜੋ ਸਿਫਾਰਿਸ਼ਾਂ ਕੀਤੀਆਂ ਨੇ, ਸਪੋਜ਼ ਇਹਦੇ ਉੱਤੇ ਕੱਲ ਨੂੰ ਕੋਈ ਗਵਰਨਮੈਂਟ ਆਫ ਇੰਡੀਆ ਐਕਟ ਲੈ ਆਂਦੀ ਹੈ, ਤਾਂ ਪੰਜਾਬ ਦਾ ਸਟੈਂਡ ਕੀ ਹੋਏਗਾ? ਤਾਂ ਉਹੀ ਇੱਕ ਸੀਗੀ। ਪਰ ਅੱਛਾ ਹੈ ਕਿ ਮੁੱਖ ਮੰਤਰੀ ਨੇ ਬੜਾ ਕੜਾ ਸਟੈਂਡ ਲਿਆ। ਉਹਨਾਂ ਨੇ ਕਿਹਾ ਵੀ ਬਹੁਤ ਤੌਰ ਤਰੀਕੇ ਇਸ ਤਰ੍ਹਾਂ ਦੇ ਅਪਣਾਏ ਜਾ ਰਹੇ ਨੇ ਜਿਸ 'ਚ ਸਾਡੇ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਵੱਲੋਂ। ਉਹਨਾਂ ਨੇ ਐਗਜ਼ਾਮਪਲ RDF ਵਾਲੀ ਵੀ ਦਿੱਤੀ ਸੀ ਵੀ ਉਹ ਸਾਡਾ ਸਟੈਚੂਰੀ ਫੰਡ ਹੈ, ਤੇ ਉਹ ਸਟੈਚੂਰੀ ਫੰਡ ਨਹੀਂ ਸਾਨੂੰ ਦਿੱਤਾ ਜਾ ਰਿਹਾ, 3000 ਕਰੋੜ ਤੋਂ ਉੱਪਰ ਹੋ ਚੁੱਕਿਆ। ਸੋ ਇਸ ਤਰ੍ਹਾਂ ਦਾ ਉਹ ਕਹਿ ਰਹੇ ਵੀ ਆਨੇ ਬਹਾਨੇ ਇਹ ਕੋਈ ਨਾ ਕੋਈ ਲੱਭਦੇ ਰਹਿੰਦੇ ਆ, ਚਾਹੇ ਉਹ ਕੋਇਲੇ ਵਾਲਾ ਮਾਮਲਾ ਹੋਏ ਕਿ ਜੀ ਤੁਸੀਂ ਸ਼੍ਰੀਲੰਕਾ ਦੇ ਉੱਪਰੋਂ ਦੀ ਕੋਇਲਾ ਲੈ ਕੇ ਆਓ ਗੁਜਰਾਤ ਪੋਰਟ ਤੇ, ਇਹ ਵੀ ਉਹਨਾਂ ਨੇ ਕੱਲ ਉੱਥੇ ਜ਼ਿਕਰ ਕਰਤਾ, ਤੇ ਨਾਲ ਦੀ ਨਾਲ ਇਹ ਵੀ ਕਰਤਾ ਕਿ ਹੁਣ ਇੱਕ ਨਵਾਂ ਸ਼ਗੂਫਾ ਜਿਹੜਾ ਹੈਗਾ ਉਹ CBI ਵਾਲਾ ਵੀ ਛੱਡਿਆ, ਪਰ ਪੰਜਾਬ ਜਿਹੜਾ ਹੈਗਾ ਉਹ ਆਪਣੇ ਅਧਿਕਾਰਾਂ ਨੂੰ ਨਹੀਂ ਛੱਡੇਗਾ। ਪੰਜਾਬ ਆਪਣੇ ਅਧਿਕਾਰਾਂ ਨੂੰ ਨਹੀਂ ਛੱਡੇਗਾ, ਭਾਵੇਂ ਅਸੀਂ NSA ਸਮੇਤ ਕਈ ਚੀਜ਼ਾਂ ਕਰਨ ਲਈ ਆਪਣੇ ਸਰੈਂਡਰ ਵੀ ਕਰ ਦਈਏ, ਤਾਂ ਵੀ ਆਪਾਂ ਛੱਡਣਾ ਦਾਵਾ ਆਪਾਂ ਨਾ ਛੱਡਣ ਦਾ ਹੀ ਕਰਦੇ ਰਹਿਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।